ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ, ਜਿੰਨਾ ਵੀ ਉਪਦੇਸ਼ ਸਾਰਾ ਆਪਣੇ ਮਨ ਨੂੰ ਦਿੱਤਾ ਜਾਂਦਾ, ਸਾਰੀ ਕਹਾਣੀ ਆਪਣੀ ਮਨ ਦੀ ਚੱਲਦੀ। ਇਹ ਜੋ ਸਰੀਰ ਹੈ ਤਨ, ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿੰਡ, ਖੇਤ, ਧਰਤੀ, ਦੇਸ਼ ਕੇ ਪਾਸੇ ਕਰ ਦਿੱਤਾ। ਜਿਹੜਾ ਇਸ ਘਰ ਦੇ ਵਿੱਚ ਪਰਿਵਾਰ ਵੱਸਦਾ ਹੈ, ਸਾਰੀ ਕਹਾਣੀ ਉਹ ਪਰਿਵਾਰ ਦੀ ਚੱਲਦੀ। ਜਿਹੜਾ ਪਰਿਵਾਰ ਸੁਖਮ ਹੈ, ਹੁਣ ਇਸ ਸੰਸਾਰ ਦੇ ਵਿੱਚ ਜੀਵ ਨੂੰ ਸੁਖਮ ਦਾ ਨਾਂ ਭੇਦ ਹੋਣ ਕਰਕੇ ਉਹ ਦ੍ਰਿਸ਼ਟਮਾਨ ਦੇ ਨਾਲ ਜੁੜਿਆ ਹੈ। ਇਹ ਜਿਹੜਾ ਸਰੀਰ ਹੈ ਇਹਦੇ ਨਾਲ ਜੁੜ ਗਿਆ ਬਾਹਰੀ, ਜਿਹੜਾ ਇਹਦੇ ਅੰਦਰ ਵੱਸਦਾ ਉਹਦਾ ਇਸ ਨੂੰ ਭੇਤ ਨਹੀਂ ਹੈ। ਇਹ ਸਰੀਰ ਦੇ ਵਿੱਚ ਕਿਹੜਾ ਪਰਿਵਾਰ ਵੱਸਦਾ। ਹੁਣ ਗੁਰਬਾਣੀ ਗੁਰੂ ਨੂੰ ਪੜ੍ਹ ਕੇ, ਸਾਧ ਸੰਗਤ ਕਰਕੇ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਅਸੀਂ ਇਹ ਆਪਣੇ ਆਪੇ ਦੀ ਸੋਝੀ ਲੈਣੀ ਸੀ, ਆਪਣੇ ਆਪੇ ਦੀ ਪਹਿਚਾਣ ਕਰਨੀ ਸੀ, ਤੇ ਇਹ ਪਰਿਵਾਰ ਦੀ ਪਹਿਚਾਣ ਕਰਨੀ ਸੀ ਜਿਹੜਾ ਇਹ ਸਾਡੇ ਅੰਦਰ ਵੱਸਦਾ। ਫਿਰ ਉਹ ਪਰਿਵਾਰ ਦੀਆਂ ਕੀ ਡਿਊਟੀਆਂ ਨੇ, ਇਹ ਸਾਰਾ ਕੁਝ ਅਸੀਂ ਜਾਣਨਾ ਸੀ। ਹੁਣ ਉਹ ਪਰਿਵਾਰ ਨੂੰ ਤਾਂ ਅਸੀਂ ਕੀ ਜਾਣਨਾ ਸੀ ਜਦੋਂ ਅਸੀਂ ਆਪਦੇ ਆਪੇ ਨੂੰ ਭੁੱਲ ਗਏ, ਆਪਣੇ ਆਪੇ ਦੀ ਵੀ ਪਹਿਚਾਣ ਨਾ ਕੀਤੀ। ਸਾਡਾ ਇਹ ਜਿਹੜਾ ਪਰਿਵਾਰ ਸੀ, ਪਰਿਵਾਰ ਦੇ ਮੈਂਬਰ ਸੀ, ਇਹ ਆਤਮਾ ਹੈ, ਧਰਮ, ਰਾਏ, ਚਿੱਤਰਗੁਪਤ, ਇਹ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਇੱਕ ਪਰਿਵਾਰ ਹੈ।
ਇਹ ਘਰ ਦੇ ਵਿੱਚ ਵਸਦਾ। ਹੁਣ ਇਹ ਨਾ ਤਾਂ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ, ਨਾ ਸਾਨੂੰ ਪਰਿਵਾਰ ਦਾ ਭੇਤ ਹੈ, ਤੇ ਸਿਰਫ ਬਾਹਰੀ ਇਹ ਜਿਹੜਾ ਕਾਇਆ ਹੈ, ਸਰੀਰ, ਦ੍ਰਿਸ਼ਟਮਾਨ ਜੋ ਸਾਨੂੰ ਦਿਸਦਾ, ਇਹਦੇ ਤੱਕ ਸੀਮਤ ਰਹਿ ਗਏ, ਇਹਦੇ ਨਾਲ ਜੁੜ ਕੇ। ਹੁਣ ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਵਸਦਾ ਹੈ ਉਹਦੀ ਸੋਝੀ ਲਓ, ਉਹਦਾ ਭੇਤ ਲਓ। ਬੇਦਾਕਾਰ ਦਿੱਤਾ, ਇਹਦੇ ਵਿੱਚ ਨਾਮ ਹੈ। ਮਹਾਰਾਜ ਫਰਮਾਉਂਦੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਹ ਤਾਂ ਕਾਇਆ ਦੇ ਉੱਤੇ ਆਕਾਰ ਦਿੱਤਾ ਹੋਇਆ। ਹੁਣ ਉਹ ਜੋ ਸੂਖਮ ਮੂਰਤ ਹੈ, ਜੋ ਨਾਮ ਹੈ, ਜੋ ਮਾਇਆ ਤੋਂ ਨਿਰਲੇਪ, ਮਾਇਆ ਤੋਂ ਰਹਿਤ ਹੈ, ਹੁਣ ਉਹ ਨਾਮ ਦੀ ਅਸੀਂ ਖੋਜ ਕਰਨੀ ਸੀ, ਉਹ ਨਾਮ ਦੇ ਨਾਲ ਜੁੜਨਾ ਸੀ। ਹੁਣ ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਇਹ ਸਾਰਾ ਭੇਜ ਦਿੰਦੇ, ਸਾਰਾ ਉਪਦੇਸ਼ ਦਿੱਤੇ ਵੀ ਤੁਸੀਂ ਇਹ ਖੇਲ ਨੂੰ ਸਮਝੋ, ਕਿਵੇਂ ਇਹ ਜਿਹੜਾ ਪਰਿਵਾਰ ਹੈ, ਪਰਿਵਾਰ ਹੀ ਘਰ ਦੇ ਵਿੱਚ ਵੱਸਦਾ ਹੈ, ਕਿਹੜੇ ਕਿਹੜੇ ਮੈਂਬਰ ਨੇ, ਉਹ ਮੈਂਬਰਾਂ ਦੀ ਕੀ ਕੀ ਡਿਊਟੀ ਲੱਗੀ ਹੈ। ਇਹ ਸਾਰਾ ਅਸੀਂ ਗੁਰਬਾਣੀ ਗੁਰੂ ਦੁਆਰਾ ਸਮਝ ਕੇ ਭੇਤ ਲੈ ਕੇ ਫਿਰ ਅਸੀਂ ਇਹ ਖੇਲ ਨੂੰ ਜਿੱਤ ਸਕਦੇ। ਜੇ ਹੁਣ ਸਾਨੂੰ ਇਹੀ ਨਹੀਂ ਪਤਾ ਵੀ ਕੀ ਖੇਲ ਹੈ, ਇਹਦੇ ਨਾਲ ਅਸੀਂ ਖੇਲਣਾ, ਤੇ ਫਿਰ ਅਸੀਂ ਜਿੱਤ ਨਹੀਂ ਸਕਦੇ, ਅਸੀਂ ਇਸ ਹਾਰ ਕੇ ਜਾਵਾਂਗੇ। ਇਹ ਹੁਣ ਇੱਕ ਪੜ੍ਹਾਈ ਹੈ, ਇਹ ਵਿੱਦਿਆ ਹੈ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ, ਇਹਨੂੰ ਬ੍ਰਹਮ ਵਿੱਦਿਆ ਕਹਿੰਦੇ। ਜਿਵੇਂ ਹੁਣ ਆਪਾਂ ਸੰਸਾਰ ਦੇ ਵਿੱਚ ਸੰਸਾਰ ਦੀ ਵਿੱਦਿਆ ਜ਼ਰੂਰੀ ਸਮਝਦੇ, ਬੱਚੇ ਨੂੰ ਭੇਜਦੇ ਹਾਂ ਸਕੂਲ ਵੀ ਪੜ੍ਹ ਲਿਖ ਲੈ, ਬਈ ਜੇ ਤੂੰ ਪੜ੍ਹ ਲਏਗਾ ਤੇ ਚੰਗਾ ਰਹੇਗਾ, ਨਹੀਂ ਤਾਂ ਫਿਰ ਤੂੰ ਡੰਗਰ ਚਾਰੇਂਗਾ, ਤੂੰ ਹੋਰ ਕੰਮ ਕਰੇਂਗਾ, ਇੱਧਰ ਸੰਸਾਰ ਦੇ ਵਿੱਚ ਦਿਹਾੜੀਆਂ ਕਰੇਂਗਾ। ਤੇ ਇਸ ਕਰਕੇ ਫਿਰ ਆਪਣੇ ਮਨ ਨੂੰ ਵੀ ਸਮਝਾਉਂਦੇ ਵੀ ਇਹ ਬ੍ਰਹਮ ਵਿੱਦਿਆ ਹੈ, ਜੇ ਤੂੰ ਇਹ ਬ੍ਰਹਮ ਦਾ ਗਿਆਨ ਲੈ ਲਏਗਾ ਤੇ ਤੂੰ ਸੁਖੀ ਹੋ ਜਾਏਗਾ, ਤੇਰਾ ਜਿਹੜਾ ਜੀਵਨ ਹੈ ਉਹ ਅੱਛਾ ਬਤੀਤ ਹੋਏਗਾ, ਤੂੰ ਆਪਦੇ ਜੀਵਨ ਦਾ ਲਾਹਾ ਕੱਟ ਲਏਗਾ। ਜੇ ਤੂੰ ਨਹੀਂ ਇਹ ਗਿਆਨ ਲਏਗਾ ਫਿਰ ਤੂੰ ਦੁਖੀ ਹੋਏਗਾ, ਤੂੰ ਵੰਗਾਰੀ ਕਰਦਾ ਰਹੇਗਾ, ਫਿਰ ਇਹਨਾਂ ਦੀ ਵੰਗਾਰੀ ਲੱਗਿਆ ਰਹੇਗਾ ਕਾਲ ਦੀ, ਫਿਰ ਦੁਖੀ ਹੋਏਗਾ, ਸ਼ਾਂਤ ਹੋਏਗਾ। ਜਿਵੇਂ ਹੁਣ ਅਸੀਂ ਇਹ ਸੰਸਾਰ ਦੀ ਵਿੱਦਿਆ ਜ਼ਰੂਰੀ ਸਮਝਦੇ, ਇਸੇ ਤਰ੍ਹਾਂ ਹੀ ਫਿਰ ਇਹ ਬ੍ਰਹਮ ਵਿੱਦਿਆ ਜਿਹੜੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਜੇ ਅਸੀਂ ਇਹ ਗਿਆਨ ਲਵਾਂਗੇ, ਸੋਝੀ ਲਵਾਂਗੇ, ਤੇ ਸਾਡਾ ਜਿਹੜਾ ਮਨ ਹੈ ਉਹ ਸੀਤਲ ਹੋ ਜਾਂਦਾ, ਠੰਡਾ ਹੋ ਜਾਂਦਾ। ਫਿਰ ਜੋ ਆਪਾਂ ਦੇਖਦੇ ਸੰਸਾਰ ਦੇ ਵਿੱਚ ਲੜਾਈਆਂ, ਝਗੜੇ, ਵੈਰ ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ, ਘਰ ਘਰ ਦੇ ਵਿੱਚ ਕਲੇਸ਼, ਸਾਡੇ ਮਨਾਂ 'ਚ ਕਲੇਸ਼, ਸਾਡੇ ਤਨ ਵਿੱਚ ਕਲੇਸ਼, ਇਹ ਸਾਰਾ ਕਲੇਸ਼ ਜਿਹਦੇ ਵਿੱਚ ਸਾਡਾ ਮਨ ਫਿਰ ਜਲਦਾ ਹੈ, ਇਹ ਸਾੜਦਾ ਦੁਰਮਤ ਦੀ ਅਗਨ ਦੇ ਵਿੱਚ, ਤੇ ਸਾਰੇ ਜਗਤ ਨੂੰ ਇਹ ਅਗਨ ਸਾੜ ਰਹੀ ਹੈ। ਮਾਰੇ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾਰੀ, ਕਿ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜਦੀ। ਜੇ ਹੁਣ ਅਸੀਂ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ ਫਿਰ ਇਹ ਅਗਨ ਸਾਨੂੰ ਸਾੜ ਨਹੀਂ ਸਕਦੀ, ਸਾਨੂੰ ਅਸ਼ਾਂਤ ਨਹੀਂ ਕਰ ਸਕਦੀ, ਸਾਨੂੰ ਦੁਖੀ ਨਹੀਂ ਕਰ ਸਕਦੀ। ਦੁੱਖ ਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਹੀ ਦੱਸਦਾ ਹੈ ਕਿ ਸਾਨੂੰ ਗਿਆਨ ਨਹੀਂ।
ਜੋ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਉਹ ਉਪਦੇਸ਼ ਨੂੰ ਅਸੀਂ ਸੁਣਿਆ ਨਹੀਂ, ਸੁਣ ਕੇ ਅਸੀਂ ਉਹਨੂੰ ਹਿਰਦੇ 'ਚ ਵਸਾਇਆ ਨਹੀਂ, ਅਸੀਂ ਤਾਂ ਦੁਖੀ। ਦੁੱਖ ਉਦੋਂ ਹੈ ਜਦੋਂ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ, ਭਰਮ ਦੇ ਵਿੱਚ ਪੈ ਜਾਂਦਾ। ਭਰਮ ਦੇ ਵਿੱਚ ਦੁੱਖ, ਉਹ ਵੀ ਜਿਹੜਾ ਅਸੀਂ ਇਸ ਸੰਸਾਰ ਦੇ ਵਿੱਚ ਜਿੰਨਾ ਸਮਾਂ ਰਹਿੰਦੇ ਹਾਂ, ਸਵੇਰ ਤੋਂ ਸ਼ਾਮ ਤੱਕ, ਰਾਤ ਤੱਕ, ਜਿੰਨਾ ਵੀ ਅਸੀਂ 10, 12, 14 ਘੰਟੇ ਰਹਿੰਦੇ, ਉਦੋਂ ਦੁੱਖ ਹੈ। ਉਹ ਵੀ ਅਗਿਆਨਤਾ ਦੇ ਵਿੱਚ, ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲਈ, ਫਿਰ ਅਸੀਂ ਦੁਖੀ ਹੁੰਦੇ ਹਾਂ, ਫਿਰ ਅਸੀਂ ਅਸ਼ਾਂਤ ਹੋ ਜਾਂਦੇ ਹਾਂ। ਜੇ ਅਸੀਂ ਗੁਰੂ ਦੀ ਮੱਤ ਲੈ ਲਾਂਗੇ, ਫਿਰ ਸਾਨੂੰ ਕੋਈ ਦੁੱਖ ਨਹੀਂ। ਕਿਉਂਕਿ ਦੁੱਖ ਹੈ ਜਿਹੜਾ ਉਹ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਦੁੱਖ। ਭਰਮ ਦੇ ਵਿੱਚ ਪਏ ਹੋਏ ਅਸੀਂ ਪਾਪ ਪੁੰਨ ਦੇ ਵਿੱਚ ਜਾਂਦੇ, ਦਵਦਾ 'ਚ ਜਾਂਦੇ, ਵੈਰ ਵਿਰੋਧ 'ਚ ਜਾਂਦੇ, ਭਰਮ ਦੇ ਵਿੱਚ ਪਏ ਹੋਏ। ਅਤੇ ਸਤਿਗੁਰੂ ਸਾਡਾ ਫਿਰ ਇਹ ਭਰਮ ਮਿਟਾਉਂਦੇ, ਸਾਨੂੰ ਗਿਆਨ ਦੇ ਕੇ, ਸੋਝੀ ਦੇ ਕੇ, ਸਾਨੂੰ ਜਿਹੜਾ ਇਹ ਭਰਮ ਦਾ ਪੜਦਾ ਪਿਆ, ਦੁੱਖਾਂ ਦਾ, ਸਾਡਾ ਇਹ ਪੜਦਾ ਚੱਕਦੀ। ਮਾਰੇ ਫਰਮਾਉਂਦੇ ਸਰਬ ਸੁੱਖਾਂ ਬਣੇ ਤੇਰੇ ਓਲੇ, ਭਰਮ ਕੇ ਪੜਦੇ ਸਤਿਗੁਰ ਖੋਲੇ। ਸਤਿਗੁਰੂ ਸਾਨੂੰ ਕੋਈ ਭਰਮ ਨਹੀਂ ਰਹਿਣ ਦਿੰਦੇ, ਸਾਡੇ ਭਰਮ ਦੇ ਪੜਦੇ ਸਭ ਚੁੱਕ ਦਿੰਦੇ। ਜਦੋਂ ਹੁਣ ਅਸੀਂ ਗਿਆਨ ਨਹੀਂ ਲੈਂਦੇ, ਸੋਝੀ ਨਹੀਂ ਲੈਂਦੇ, ਫਿਰ ਅਸੀਂ ਭਰਮ 'ਚ ਜਾਂਦੇ। ਇਸ ਵਾਸਤੇ ਗੁਰੂ ਦੀ ਮੱਤ ਤੋਂ ਬਿਨਾਂ, ਸਤ ਸੰਗਤ ਤੋਂ ਬਿਨਾਂ, ਫਿਰ ਇੱਧਰ ਸੰਸਾਰ ਦੇ ਵਿੱਚ ਭਰਮ ਹੀ ਭਰਮ। ਮਾਰੇ ਕਹਿੰਦੇ ਗੁਰੂ ਤੋਂ ਵਾਂਝੇ ਰਹਿ ਕੇ ਅਗਿਆਨਤਾ ਦੇ ਵਿੱਚ, ਭਰਮ ਦੇ ਵਿੱਚ ਅਸੀਂ ਇਹ ਭਵ ਸਾਗਰ ਦੇ ਵਿੱਚ, ਸੰਸਾਰ ਸਾਗਰ 'ਚ ਡੁੱਬ ਜਾਂਦੇ। ਸਤਿਗੁਰੂ ਕਹਿੰਦੇ ਬਾਂਝ ਗੁਰੂ ਡੂਬਾ ਸੰਸਾਰ, ਬਈ ਗੁਰੂ ਤੋਂ ਬੇਮੁਖ ਹੋ ਕੇ, ਗੁਰੂ ਦੀ ਮੱਤ ਨਾ ਲੈਣ ਕਰਕੇ ਹੀ ਅਸੀਂ ਭਰਮ ਦੇ ਵਿੱਚ, ਅਸੀਂ ਦੁਖੀ ਹਾਂ। ਸਤਿਗੁਰੂ ਕਹਿੰਦੇ ਸਾਡਾ ਜਿਹੜਾ ਮਨ ਹੈ ਉਹ ਸੀਤਲ ਹੋ ਜਾਏਗਾ, ਠੰਡਾ ਹੋ ਜਾਏਗਾ। ਰਮਾਉਂਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰੀਆ, ਸੋ ਜਨ ਕੀ ਉਦਕ ਸਮਾਨ। ਕਿ ਜਿਸ ਦੁਰਮਤ ਦੀ ਅਗਨ ਦੇ ਵਿੱਚ ਇਹ ਸੰਸਾਰ ਜਲਦਾ ਵੀ, ਛੱਡਦਾ ਪਿਆ, ਜੇ ਅਸੀਂ ਇਹ ਗਿਆਨ ਲੈ ਲਾਂਗੇ ਤੇ ਸਾਡੇ ਮਨ ਨੇ ਸੀਤਲ ਹੋ ਜਾਣਾ, ਨੇ ਠੰਡਾ ਹੋ ਜਾਣਾ। ਫਿਰ ਇਹ ਨਹੀਂ ਜਲੇਗਾ, ਇਹ ਨਹੀਂ ਕੜੇਗਾ। ਹੁਣ ਇਹਦੇ ਵਿੱਚ ਜਿਹੜਾ ਦੋਸ਼ ਹੈ ਉਹ ਕਿਸੇ ਹੋਰ ਦਾ ਨਹੀਂ। ਜੇ ਅਸੀਂ ਦੁਖੀ ਹਾਂ, ਦੁੱਖ ਦਾ ਕਾਰਨ ਸਾਡੀ ਅਗਿਆਨਤਾ ਹੈ, ਅਸੀਂ ਤਾਂ ਦੁਖੀ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਤੁਸੀਂ ਦੁਖੀ ਨਾ ਹੋਵੋ, ਤੁਸੀਂ ਗੁਰੂ ਦੀ ਮੱਤ ਲੈ ਲਓ ਤੇ ਤੁਸੀਂ ਸੁਖੀ ਹੋ ਜਾਓਗੇ। ਹੁਣ ਸੰਸਾਰ ਦੇ ਵਿੱਚ ਜੀਵ ਸੁੱਖ ਤਾਂ ਸਾਰੇ ਭਾਲਦੇ, ਕੋਈ ਵੀ ਦੁਖੀ ਤਾਂ ਹੋਣਾ ਨਹੀਂ ਚਾਹੁੰਦਾ, ਦੁੱਖ ਤਾਂ ਕੋਈ ਮੰਗਦਾ ਨਹੀਂ, ਪਰ ਇਹ ਸੁਖੀ ਹੋਣਾ ਚਾਹੁੰਦੇ ਆਪਣੀ ਮੱਤ ਦੁਆਰਾ, ਗੁਰੂ ਦੀ ਮੱਤ ਲੈ ਕੇ ਨਹੀਂ ਸੁਖੀ ਹੋਣਾ ਚਾਹੁੰਦੇ। ਆਪਣੀ ਚਤਰਾਈ ਵਰਤ ਕੇ, ਆਪਣੀ ਸਿਆਣਪ ਵਰਤ ਕੇ ਜੀਵ ਸੁਖੀ ਹੋਣਾ ਚਾਹੁੰਦਾ।
ਇਹ ਸਾਡੀ ਸਿਆਣਪ, ਸਾਡੀ ਚਤਰਾਈ ਸਾਨੂੰ ਦੁਖੀ ਤਾਂ ਕਰ ਸਕਦੀ ਹੈ। ਅਸੀਂ ਭਰਮ ਦੇ ਵਿੱਚ ਤਾਂ ਜਾ ਸਕਦੇ ਹਾਂ, ਪਰ ਅਸੀਂ ਸੁਖੀ ਨਹੀਂ ਹੋ ਸਕਦੇ। ਹੁਣ ਭਰਮ ਦੇ ਵਿੱਚ ਪਏ ਹੋਏ ਅਸੀਂ ਸੁੱਖ ਲੱਭਦੇ ਹਾਂ ਮਾਇਆ ਦੇ ਵਿੱਚ, ਵੀ ਸਾਨੂੰ ਇੱਥੋਂ ਸੁੱਖ ਮਿਲੇਗਾ। ਉਹਦੇ ਵਾਸਤੇ ਫਿਰ ਜੀਵ ਭੱਜ ਦੌੜ ਕਰਦਾ, ਦਿਨ ਰਾਤ ਭੱਜਾ ਫਿਰਦਾ, ਵੀ ਮੈਨੂੰ ਇੱਥੋਂ ਨਹੀਂ ਸੁੱਖ ਮਿਲਿਆ ਉੱਥੋਂ ਮਿਲ ਜਾਏਗਾ, ਉੱਥੋਂ ਨਹੀਂ ਮਿਲਿਆ ਉੱਥੋਂ ਮਿਲ ਜੇ। ਹੁਣ ਇਹ ਸੰਸਾਰ ਦੀ ਭੱਜ ਦੌੜ, ਇਹ ਮਾਇਆ ਦੀ, ਇਹਨੂੰ ਮਿਰਗ ਤ੍ਰਿਸ਼ਨਾ ਆਖੀ। ਇਹਦੇ ਵਿੱਚ ਸਾਡੀ ਪਿਆਸ ਬੁਝਣੀ ਕੋਈ ਨਹੀਂ, ਕਿਉਂਕਿ ਸਾਨੂੰ ਭਰਮ ਹੈ ਵੀ ਸਾਨੂੰ ਸੁੱਖ ਮਿਲੇਗਾ, ਜਦ ਕਿ ਸੁੱਖ ਮਿਲਣਾ ਕੋਈ ਨਹੀਂ। ਜਿਵੇਂ ਉਹ ਮਿਰਗ ਨੂੰ ਦੂਰ ਪਾਣੀ ਜਾਪਦਾ ਹੈ, ਪਰ ਉਹ ਪਾਣੀ ਹੁੰਦਾ ਕੋਈ ਨਹੀਂ ਅਤੇ ਇਹਦੀ ਪਿਆਸ ਬੁਝਦੀ ਨਹੀਂ, ਕਿਉਂਕਿ ਜੇ ਪਾਣੀ ਉੱਥੇ ਹੋਵੇ ਤਾਂ ਤਾਂਹੀਓ ਉਹਦੀ ਪਿਆਸ ਬੁਝੇ। ਹੁਣ ਇਸੇ ਤਰ੍ਹਾਂ ਹੀ ਇਹ ਮਿਰਗ ਤ੍ਰਿਸ਼ਨਾ ਹੈ, ਸਾਨੂੰ ਸੁੱਖ ਜਾਪਦਾ, ਮਨ ਨੂੰ ਭਰਮ ਦੇ ਵਿੱਚ ਇਹਨੂੰ ਲੱਗਦਾ ਹੈ ਵੀ ਮੈਨੂੰ ਸੁੱਖ ਮਿਲੇਗਾ। ਬਈ ਅੱਜ ਜੇ ਮੈਂ ਦੁਖੀ ਹਾਂ, ਇਹ ਨਹੀਂ ਸਮਝਦਾ ਵੀ ਮੈਂ ਅਗਿਆਨਤਾ ਕਰਕੇ ਦੁਖੀ ਹਾਂ, ਵੀ ਗੁਰੂ ਦੀ ਮੱਤ ਨਾ ਲੈਣ ਕਰਕੇ ਮੈਂ ਤਾਂ ਦੁਖੀ ਹਾਂ। ਇਹ ਦੁੱਖ ਦਾ ਕਾਰਨ ਕੁਝ ਹੋਰ ਸਮਝਦਾ, ਜਾਂ ਤਾਂ ਜਿਹਦੇ ਨਾਲ ਵਿਚਾਰ ਨਹੀਂ ਮਿਲਦੇ, ਇਹ ਸਮਝਦਾ ਵੀ ਮੈਂ ਉਹਦੇ ਕਰਕੇ ਦੁਖੀ ਹਾਂ। ਜਾਂ ਜੇ ਸੰਸਾਰ ਦੇ ਵਿੱਚ ਇਹਦੇ ਕੋਲ ਦੁਨਿਆਵੀ ਘੱਟ ਧਨ ਹੈ ਅਤੇ ਸਮਝਦਾ ਵੀ ਮੈਂ ਤਾਂ ਦੁਖੀ ਹਾਂ ਵੀ ਮੇਰੇ ਕੋਲ ਪੈਸਾ ਨਹੀਂ ਹੈ। ਜਾਂ ਜੇ ਇਹਦੇ ਕੋਲ ਕੋਈ ਹੋਰ ਪਦਾਰਥ ਨਹੀਂ, ਇਹ ਸਮਝਦਾ ਵੀ ਮੈਂ ਤਾਂ ਦੁਖੀ ਹਾਂ ਵੀ ਮੇਰੇ ਕੋਲ ਉਹ ਪਦਾਰਥ ਨਹੀਂ ਹੈਗੇ। ਇਹਨੂੰ ਭਰਮ ਕਹਿੰਦੇ। ਜੇ ਅਸੀਂ ਧਨ ਇਕੱਠਾ ਵੀ ਕਰ ਲਾਂਗੇ, ਅਗਿਆਨੀ ਜੀਵ ਮਨਮੁਖ ਬਥੇਰਾ ਧਨ ਇਕੱਠਾ ਕਰ ਲੈਂਦਾ, ਪਰ ਉਹ ਸੁਖੀ ਥੋੜ੍ਹੀ ਹੁੰਦਾ। ਦੁੱਖ ਤਾਂ ਉਹਦਾ ਉਵੇਂ ਦਾ ਉਵੇਂ ਹੀ ਖੜ੍ਹਾ। ਸੰਸਾਰ ਦੇ ਪਦਾਰਥ ਨਾਸਤਕ ਜੀਵ ਬਹੁਤ ਇਕੱਠੇ ਕਰ ਲਏ, ਪਰ ਫਿਰ ਵੀ ਦੁੱਖ ਉਵੇਂ ਦਾ ਉਵੇਂ ਹੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਦੁੱਖ ਦਾ ਕਾਰਨ ਇਹ ਨਹੀਂ ਹੈ ਵੀ ਸਾਡੇ ਕੋਲ ਸੰਸਾਰੀ ਦੁਨਿਆਵੀ ਧਨ ਘੱਟ, ਜਾਂ ਸਾਡੇ ਕੋਲ ਪਦਾਰਥ ਨਹੀਂ, ਜਾਂ ਅਸੀਂ ਹੋਰ ਕਿਸੇ ਕਰਕੇ ਦੁਖੀ ਹਾਂ। ਦੁੱਖ ਦਾ ਕਾਰਨ ਹੈ ਸਾਡੀ ਅਗਿਆਨਤਾ, ਤਾਂ ਅਸੀਂ ਦੁਖੀ ਹਾਂ। ਗੁਰੂ ਦੀ ਮੱਤ ਨਾ ਲੈਣ ਕਰਕੇ, ਬ੍ਰਹਮ ਦਾ ਗਿਆਨ ਨਾ ਹੋਣ ਕਰਕੇ ਅਸੀਂ ਤਾਂ ਦੁਖੀ ਹਾਂ। ਹੁਣ ਜਿਹਦੇ ਕੋਲ ਸੰਸਾਰੀ ਧਨ ਬਹੁਤ ਹੈ ਅਤੇ ਆਪਾਂ ਨੂੰ ਲੱਗਦਾ ਹੈ ਭਰਮ ਦੇ ਵਿੱਚ ਵੀ ਉਹ ਬੰਦਾ ਬੜਾ ਸੁਖੀ, ਜਦ ਕਿ ਉਹ ਸੁਖੀ ਨਹੀਂ। ਜੇ ਸਾਨੂੰ ਗਿਆਨ ਹੋਵੇ, ਗੁਰੂ ਦੀ ਮੱਤ ਲਈ ਹੋਵੇ, ਤਾਂ ਸਾਨੂੰ ਉਹਦਾ ਦੁੱਖ ਝਲਕਦਾ ਦਿਸੇ, ਪਰ ਉਹ ਭਰਮ ਦਾ ਪੜਦਾ ਹੋਣ ਕਰਕੇ ਸਾਨੂੰ ਉਹ ਸੁਖੀ ਜਾਪਦਾ। ਜਿਹਦੇ ਕੋਲ ਪਦਾਰਥ ਜ਼ਿਆਦਾ, ਸਾਨੂੰ ਲੱਗਦਾ ਵੀ ਇਹ ਬੜਾ ਸੁਖੀ, ਇਹਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ, ਪਰ ਇਹਦੇ ਵਿੱਚ ਸੁੱਖ ਨਹੀਂ। ਜੇ ਇੱਦਾਂ ਜੀਵ ਸੁਖੀ ਹੋਣ ਲੱਗਦੇ, ਫਿਰ ਤਾਂ ਇਸ ਸੰਸਾਰ 'ਚ ਬਹੁਤ ਸੁਖੀ ਹੋ ਜਾਂਦੇ ਜੀ। ਪਰ ਮਹਾਰਾਜ ਕੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਸਾਰੇ ਦੁਖੀ ਨੇ। ਨਾਨਕ ਦੁਖੀ ਆ ਸਭ ਸੰਸਾਰ, ਸੁਖੀ ਸਿਰਫ ਉਹੀਓ ਗੁਰਮੁਖ ਜਿਨ੍ਹਾਂ ਨੇ ਇਹ ਗੁਰੂ ਦੀ ਮੱਤ ਲਈ, ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੈ, ਉਹ ਸੁਖੀ ਨੇ। ਜਿਨ੍ਹਾਂ ਦੇ ਗਿਆਨ ਹਿਰਦੇ 'ਚ ਵਸ ਗਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਹ ਨਾਮ ਦੀ ਪ੍ਰਾਪਤੀ ਕਰ ਲਈ, ਉਹ ਸੁਖੀ ਹੋ ਗਏ। ਬਾਕੀ ਇੱਥੇ ਸਾਰੇ ਦੁਖੀ, ਕੋਈ ਇੱਥੇ ਸੁਖੀ ਨਹੀਂ। ਹੁਣ ਇਸ ਕਰਕੇ ਮਹਾਰਾਜ ਕਹਿੰਦੇ ਵੀ ਭਾਲਦੇ ਸਾਰੇ ਸੁੱਖ ਨੇ,
ਪਰ ਹੈ ਦੁਖੀ ਨੇ। ਵੀ ਇਹ ਐਸੇ ਅਸੀਂ ਸੰਸਾਰ ਦੇ ਜੀਵ ਜਵਾਰੀ ਦੇਖੇ ਨੇ, ਕੋਈ ਵੀ ਦੁੱਖ ਤਾਂ ਨਹੀਂ ਮੰਗਦਾ, ਪਰ ਜਦੋਂ ਸੁੱਖ ਮੰਗਦੇ ਤੇ ਮਾਰੇ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਸਤ ਸੰਗਤ ਦੇ ਵਿੱਚ ਆਓ ਜੇ ਸੁਖੀ ਹੋਣਾ। ਜੋ ਇਹ ਬ੍ਰਹਮ ਦਾ ਗਿਆਨ ਹੈ, ਤੁਸੀਂ ਇਹ ਗਿਆਨ ਲਵੋ ਤੇ ਤੁਸੀਂ ਸੁਖੀ ਹੋ ਜਾਓਗੇ, ਤੁਹਾਡਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ। ਪਰ ਉਹ ਜੀਵ ਹੁਣ ਕਰਨਾ ਨਹੀਂ ਚਾਹੁੰਦਾ, ਨਾ ਤਾਂ ਉਹ ਸਿਮਰਨ ਕਰਦਾ ਹੈ, ਨਾ ਸਾਧ ਸੰਗਤ ਕਰਦਾ ਹੈ, ਤੇ ਨਾ ਉਹ ਇਹ ਗੁਰੂ ਦੀ ਮੱਤ ਲੈਂਦਾ। ਇਸ ਕਰਕੇ ਫਿਰ ਇਹਨਾਂ ਨੂੰ ਕਹਿੰਦੇ ਵੀ ਇਹ ਐਸੇ ਜਵਾਰੀ ਦੇਖੇ ਸੰਸਾਰੀ ਜੀਵ, ਸੁੱਖ ਸਾਰੇ ਭਾਲਦੇ ਪਰ ਨਾਮ ਨੂੰ ਛੱਡ ਕੇ, ਤੇ ਨਾਮ ਤੋਂ ਬਿਨਾਂ ਸੁੱਖ ਨਹੀਂ। ਫਰਮਾਉਂਦੇ ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਵਸਾਰੀ। ਸੁੱਖ ਸਭ ਨੂੰ ਚਾਹੀਦਾ ਹੈ, ਪਰ ਨਾਮ ਦੇ ਨਾਲ ਜੁੜ ਕੇ ਨਹੀਂ। ਉਹਦੇ ਵਾਸਤੇ ਫਿਰ ਜੀਵ ਆਪਾਂ ਦੇਖਦੇ ਹਾਂ ਵੀ ਕੀ ਕੁਝ ਕਰਦਾ। ਸਾਰੀ ਜਿਹੜੀ ਜੀਵ ਦੀ ਦੌੜ ਇਹ ਤਨ ਤੱਕ ਹੈ, ਬਸ ਸਰੀਰ ਤੱਕ ਸੀਮਿਤ ਰਹਿ ਗਈ। ਬਈ ਆਪਣੇ ਆਪ ਦਾ ਸਿਰਫ ਇਹ ਸਰੀਰ ਦੇ ਨਾਲ ਜੁੜਿਆ ਹੋਣ ਕਰਕੇ ਇਹ ਸਰੀਰ ਵਾਸਤੇ ਹੀ ਮੰਗੀ ਜਾਂਦਾ। ਜੇ ਗੁਰਬਾਣੀ ਵੀ ਪੜ੍ਹਦਾ ਤਾਂ ਵੀ ਸਰੀਰ ਵਾਸਤੇ, ਬਈ ਮੇਰਾ ਆਹ ਕੰਮ ਸਬਰ ਜੀ, ਮੇਰੇ ਸਰੀਰ ਨੂੰ ਆਰੋਗ ਲੱਗਿਆ, ਮੇਰਾ ਆਰੋਗ ਠੀਕ ਹੋ ਜੀ, ਇਸ ਵਾਸਤੇ ਪੜ੍ਹਦਾ ਹੈ, ਆਪਦੇ ਵਾਸਤੇ ਨਹੀਂ, ਮਨ ਵਾਸਤੇ ਨਹੀਂ। ਤੇ ਸਰੀਰ ਵਾਸਤੇ ਫਿਰ ਦੌੜਿਆ ਫਿਰਦਾ, ਸੁਖਣਾ ਸੁੱਖ ਲੈਂਦਾ, ਬਈ ਮੇਰਾ ਆਹ ਕੰਮ ਹੋ ਜੇ ਤੇ ਮੈਂ ਇੰਨੀ ਸੁਖਣਾ, ਇੰਨੀਆਂ ਮੈਂ ਮੱਸਿਆ ਨਾ ਮੰਗ, ਇੰਨੇ ਮੈਂ ਹੋਰ ਕੋਈ ਦਿਨ ਤਿਉਹਾਰ ਜਿਹੜੇ ਆਵਾਂਗਾ, ਵੀ ਮੇਰਾ ਆਹ ਕੰਮ ਹੋ ਜੀ, ਮੇਰਾ ਸਰੀਰ ਠੀਕ ਹੋ ਜੇ, ਰੋਗ ਠੀਕ ਹੋ ਜੇ। ਹੁਣ ਇਹ ਜਿਹੜਾ ਸਾਰਾ ਕੁਛ ਹੈ, ਇਹ ਜੋ ਅਸੀਂ ਮੰਗਦੇ ਹਾਂ, ਇਹਨੂੰ ਮਹਾਰਾਜ ਕਹਿੰਦੇ ਫਿਰ ਅਗਿਆਨਤਾ, ਭਰਮ। ਬਈ ਅਸੀਂ ਭਰਮ ਦੇ ਵਿੱਚ ਪਏ ਦੂਜੇ ਵਾਸਤੇ ਮੰਗੀ ਜਾਂਦੇ। ਦੂਜਾ ਕੀ ਹੈ? ਸਰੀਰ। ਆਪਦੇ ਵਾਸਤੇ ਤਾਂ ਮੰਗਦੇ ਨਹੀਂ, ਮਨ ਵਾਸਤੇ, ਸਰੀਰ ਵਾਸਤੇ ਸੁੱਖ ਸਹੂਲਤਾਂ, ਸਰੀਰ ਦੀ ਤੰਦਰੁਸਤੀ, ਇਹ ਸਾਰਾ ਕੁਛ ਸਰੀਰ ਵਾਸਤੇ ਤਾਂ ਹੈ, ਮਨ ਵਾਸਤੇ ਤਾਂ ਕੁਝ ਵੀ ਨਹੀਂ ਇਹਦੇ ਵਿੱਚ। ਹੁਣ ਇਸ ਵਾਸਤੇ ਸਾਨੂੰ ਇਹ ਗਿਆਨ ਫਿਰ ਜਦੋਂ ਹੁੰਦਾ ਹੈ, ਫਿਰ ਸਾਨੂੰ ਭੇਤ ਆਉਂਦਾ ਵੀ ਇਹ ਤਾਂ ਦੂਜਾ ਹੈ। ਵੀ ਜੇ ਅਸੀਂ ਮੰਗਣਾ ਹੈ ਤੇ ਅਸੀਂ ਆਪਦੇ ਵਾਸਤੇ ਮੰਗੀਏ, ਮਨ ਵਾਸਤੇ ਮੰਗੀਏ। ਤੇ ਮਨ ਆਪਦੇ ਵਾਸਤੇ ਉਦੋਂ ਮੰਗਦਾ ਜਦੋਂ ਫਿਰ ਇਹ ਸਤ ਸੰਗਤ ਕਰਦਾ, ਇਹਨੂੰ ਗਿਆਨ ਹੁੰਦਾ। ਗਿਆਨ ਦੁਆਰਾ ਮਨ ਜਦੋਂ ਜਾਗਤ ਅਵਸਥਾ 'ਚ ਆਉਂਦਾ ਹੈ, ਫਿਰ ਇਹ ਆਪਦੇ ਵਾਸਤੇ ਮੰਗਦਾ। ਫਿਰ ਇਹਦੀ ਜਿਹੜੀ ਮੰਗ ਹੁੰਦੀ ਉਹ ਆਪਦੇ ਲਈ ਹੁੰਦੀ। ਫਿਰ ਇਹ ਜਦੋਂ ਮੰਗਦਾ, ਇਹ ਆਪਦੇ ਵਾਸਤੇ ਨਾਮ ਮੰਗਦਾ, ਫਿਰ ਆਪਦੀ ਖੁਰਾਕ ਮੰਗਦਾ, ਅੰਮ੍ਰਿਤ ਰਸ। ਇਹਦੇ ਆਪਦੇ ਘਰ ਦੇ ਵਿੱਚ ਵਾਸਾ ਮੰਗਦਾ ਮਾਲਕ ਤੋਂ, ਵੀ ਮੈਨੂੰ ਫਿਰ ਘਰ ਦੇ ਵਿੱਚ ਵਾਸਾ ਦੇ। ਇਹਦੇ ਮਨ ਦੇ ਜਿਹੜੇ ਰੋਗ ਨੇ, ਇਹਦੇ ਆਪਦੇ ਰੋਗਾਂ ਵਾਸਤੇ ਮੰਗਦਾ ਵੀ ਮੇਰੇ ਰੋਗ ਠੀਕ ਹੋ ਜਾਣ। ਜਾਣੀ ਦੀ ਫੇਰ ਗੁਰਮੁਖ ਦਾ ਮੰਗਣਾ ਮਨ ਵਾਸਤੇ, ਆਪਦੇ ਵਾਸਤੇ, ਮਨਮੁਖ ਦਾ ਮੰਗਣਾ ਦੂਜੇ ਵਾਸਤੇ। ਤਾਂ ਕਰਕੇ ਫਿਰ ਮੰਗਣ ਦੇ ਵਿੱਚ ਵੀ ਬੜਾ ਫਰਕ ਹੈ, ਬੜਾ ਅੰਤਰ ਹੈ।
ਮਨਮੁਖ ਮੰਗਦਾ ਉਹ ਦੂਜੇ ਵਾਸਤੇ ਮੰਗਦਾ ਤੇ ਕਾਲ ਤੋਂ ਮੰਗਦਾ। ਗੁਰਮੁਖ ਮੰਗਦੇ ਆਪਦੇ ਵਾਸਤੇ ਮੰਗਦੇ ਤੇ ਉਹ ਅਕਾਲ ਪੁਰਖ ਤੋਂ ਮੰਗਦੇ, ਵਾਹਿਗੁਰੂ ਤੋਂ ਮੰਗਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਬਈ ਸਾਡੇ ਮਨ ਦੇ ਰੋਗ ਇਸ ਸੰਸਾਰ ਦੇ ਵਿੱਚੋਂ ਕੋਈ ਦੂਜਾ ਠੀਕ ਨਹੀਂ ਕਰ ਸਕਦਾ, ਕਿਉਂਕਿ ਕਿਸੇ ਹੋਰ ਦੇ ਵੱਸ ਨਹੀਂ ਬਈ ਉਹ ਸਾਡੇ ਮਨ ਨੂੰ ਠੀਕ ਕਰ ਦੇਵੇ। ਉਹ ਸਾਡੇ ਮਨ ਦੇ ਰੋਗ ਨੇ ਜਿਹੜੇ ਰੋਗ ਠੀਕ ਕਰ ਦੇਵੇ, ਉਹ ਸਾਡੇ ਮਨਾਂ ਦੇ ਰੋਗ ਦਾ ਜਿਹੜਾ ਦਾਰੂ ਹੈ ਉਹ ਸਾਨੂੰ ਦਾਰੂ ਦੇ ਦੇਵੇ। ਇਹ ਸਾਰਾ ਕੁਛ ਮਾਲਕ ਦੇ ਵੱਸ, ਪਰਮਾਤਮਾ ਦੇ ਇੱਕ ਦੇ। ਇਸ ਕਰਕੇ ਗੁਰਮੁਖ ਫਿਰ ਦੂਜੇ ਪਾਸੋਂ ਨਹੀਂ ਮੰਗਦੇ, ਉਹ ਇੱਕ ਤੋਂ ਹੀ ਮੰਗਦੇ, ਮਾਲਕ ਤੋਂ ਮੰਗਦੇ। ਅਤੇ ਉਹਨਾਂ ਦੀ ਜਿਹੜੀ ਮੰਗ ਉਹ ਫਿਰ ਆਪਦੇ ਵਾਸਤੇ, ਮਨ ਵਾਸਤੇ। ਮਨ ਵਾਸਤੇ ਸਾਰਾ ਕੁਛ ਹੀ ਨਾਮ ਹੈ। ਮਨ ਦੀ ਜਿਹੜੀ ਖੁਰਾਕ ਉਹ ਨਾਮ ਰਸ। ਮਨ ਦੇ ਰੋਗਾਂ ਵਾਸਤੇ ਦਾਰੂ ਉਹ ਨਾਮ। ਮਨ ਨੇ ਜਿੱਥੇ ਨਿਵਾਸ ਕਰਨਾ ਉਹ ਨਿਵਾਸ ਸਥਾਨ ਨਾਮ। ਜਾਣੀ ਦੀ ਮਨ ਵਾਸਤੇ ਸਾਰਾ ਕੁਛ ਹੀ ਨਾਮ ਹੈ। ਮਨ ਦਾ ਪਹਿਨਣਾ, ਖਾਣਾ, ਨਹਾਉਣਾ, ਇਸ਼ਨਾਨ ਕਰਨਾ, ਸਾਰਾ ਕੁਛ ਹੀ ਨਾਮ। ਮਨ ਨੇ ਜੋ ਕਿਰਤ ਕਰਨੀ, ਜੋ ਮਨ ਨੇ ਪੁੰਨ ਦਾਨ ਕਰਨਾ, ਇਹ ਸਾਰਾ ਕੁਛ ਨਾਮ। ਇਸ ਵਾਸਤੇ ਫਿਰ ਉਹ ਨਾਮ ਜਿਹੜਾ ਸਾਨੂੰ ਕੋਈ ਹੋਰ ਦੇ ਨਹੀਂ ਸਕਦਾ, ਦੂਜਾ ਕੋਈ ਸਾਨੂੰ ਨਾਮ ਨਹੀਂ ਦੇ ਸਕਦਾ। ਜਿਵੇਂ ਸੰਸਾਰ 'ਚ ਦੂਜੇ ਦੀ ਪੂਜਾ ਹੁੰਦੀ, ਦੂਜਾ ਕੀ ਹੈ? ਇਹ ਮਾਇਆ। ਦੂਜੇ ਨੂੰ ਮੰਨਣਾ, ਜਿਵੇਂ ਕੋਈ ਬੁੱਤਾਂ ਦੀ ਪੂਜਾ ਕਰਦਾ ਹੈ, ਕੋਈ ਵੱਡੇ ਵਡੇਰਿਆਂ ਦੀ ਪੂਜਾ ਕਰਦਾ ਹੈ, ਕੋਈ ਭੂਤਾਂ ਪ੍ਰੇਤਾਂ ਨੂੰ ਮੰਨਦਾ ਹੈ, ਕੋਈ ਪੀਰਾਂ ਨੂੰ ਮੰਨਦਾ ਹੈ, ਕੋਈ ਮਾਈ ਨੂੰ ਮੰਨਦਾ ਹੈ। ਇਹ ਸਭ ਦੂਜੇ ਦੀ ਪੂਜਾ। ਇਹਨਾਂ ਪਾਸੋਂ ਸਾਨੂੰ ਨਾਮ ਨਹੀਂ ਮਿਲ ਸਕਦਾ, ਇਹ ਸਾਨੂੰ ਨਾਮ ਨਹੀਂ ਦੇ ਸਕਦੀ। ਜਿਵੇਂ ਜਿਹੜੇ ਮਾਈ ਦੀ ਪੂਜਾ ਕਰਦੇ, ਭਗਤ ਨਾਮਦੇਵ ਜੀ ਕਹਿੰਦੇ ਵੀ ਤੈਨੂੰ ਸੁਣੇ ਬਈ ਤੂੰ ਭਵਾਨੀ ਹੈ ਮਾਈ, ਪਰ ਜਦੋਂ ਮੁਕਤੀ ਦੀ ਵਾਰੀ ਆਉਂਦੀ ਉਦੋਂ ਤੂੰ ਪਤਾ ਨਹੀਂ ਕਿੱਥੇ ਭੱਜ ਜਾਂਦੀ, ਕਿੱਥੇ ਛਿਪ ਜਾਂਦੀ, ਕਿੱਥੇ ਲੁਕ ਜਾਂਦੀ। ਮਾਰੇ ਕਹਿੰਦੇ ਤੂੰ ਕਹੀਅਤ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਵੀ ਜਦੋਂ ਮੁਕਤੀ ਦੀ ਵਾਰੀ ਆਈ ਉਦੋਂ ਤੂੰ ਛੁਪੀ ਗਈ, ਕਿਉਂਕਿ ਉਹਨਾਂ ਦੇ ਵੱਸ ਨਹੀਂ ਵੀ ਸਾਨੂੰ ਮੁਕਤ ਕਰ ਸਕਣ, ਸਾਨੂੰ ਨਾਮ ਦੀ ਦਾਤ ਦੇ ਸਕਣ। ਇਹ ਸਭ ਦੂਜੇ ਦੀ ਪੂਜਾ ਹੈ। ਤਾਂ ਫਿਰ ਮਹਾਰਾਜ ਕਹਿੰਦੇ ਵੀ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੀ ਉਹਦਾ ਜੀਵਨ ਨੂੰ ਭੇਤ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਊਰ ਕਿਰਿਆ ਮੈਂ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾ ਕਰਦੇ। ਬਈ ਕੋਈ ਬੁੱਤਾਂ ਦੀ ਪੂਜਾ, ਪੱਥਰ ਦੀ ਪੂਜਾ। ਹੁਣ ਪੱਥਰ ਹੈ ਜਿਹੜਾ ਹੈ ਤਾਂ ਘੜ ਕੇ ਮੂਰਤੀ ਬਣਾਈ ਹੈ ਨਾ, ਪਹਿਲਾਂ ਸੀ ਤਾਂ ਉਹ ਪੱਥਰ ਹੀ। ਮਹਾਰਾਜ ਕਹਿੰਦੇ ਵੀ ਜੇ ਉਹ ਮੂਰਤ ਸੱਚੀ ਹੋਵੇ ਤੇ ਉਹ ਘੜਨ ਵਾਲੇ ਨੂੰ ਖਾ ਕਿਉਂ ਨਹੀਂ ਜਾਂਦੀ? ਕਿਉਂਕਿ ਜਦੋਂ ਉਹਨੂੰ ਘੜਦੇ ਉਹਦੀ ਛਾਤੀ 'ਤੇ ਪੈਰ ਰੱਖ ਕੇ ਧਰ ਕੇ ਉਹ ਫਿਰ ਉਹਨੂੰ ਘੜਦਾ, ਫਿਰ ਉਹਨੂੰ ਬਣਾਉਂਦਾ। ਤੇ ਉਹ ਘੜਨ ਵਾਲੇ ਨੂੰ ਨਿਗਲ ਜੇ, ਉਹਨੂੰ ਹੀ ਖਾ ਜੇ, ਕਿਉਂਕਿ ਉਹਨੇ ਉਹਦੇ ਜਦੋਂ ਛਾਤੀ 'ਤੇ ਪੈਰ ਧਰਿਆ ਤੇ ਉਹਨੂੰ ਦੁੱਖ ਨਹੀਂ ਲੱਗਿਆ, ਉਹਨੂੰ ਖਾ ਕੇ ਉਹ ਨਹੀਂ ਗਿਆ। ਇਸ ਵਾਸਤੇ ਮਹਾਰਾਜ ਕਹਿੰਦੇ ਪਖਾਨ ਘੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਜੇ ਉਹ ਸੱਚੀ ਮੂਰਤ ਹੁੰਦੀ ਉਹ ਤਾਂ ਘੜਨ ਵਾਲੇ ਨੂੰ ਖਾ ਜਾਂਦੀ,
पर वो है कुछ नहीं, पत्थर है। महाराज कहते भी एक पत्थर जिहदी जी पूजा करदा ते एक पत्थर जिहदे ते पैर धरदा। जे तुसीं उहनूं देवता कहने हो जिहदी पूजा करदे हो, फिर तां जिहदे ते महाराज कहते एके पत्थर कीजे भाओ, दूजे पत्थर धरिए पाओ, जे वो देव तां वो भी देव आ। भी एक पत्थर नूं तुसीं कहने हो भी भगवान ने, ਉਹਦੀ ਪੂਜਾ ਕਰਦੇ ਹੋ, ਅਤੇ ਦੂਜਾ ਪੱਥਰ ਉਹਦੇ 'ਤੇ ਪੈਰ ਧਰਦੇ ਹੋ। ਹੈ ਤਾਂ ਦੋਵੇਂ ਪੱਥਰ ਪੱਥਰ ਹੀ ਹੈ, ਫਰਕ ਕੀ ਹੈ ਉਹਦੇ 'ਚ? ਕੁਛ ਵੀ ਨਹੀਂ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਕੋਈ ਪੂਜਾ ਕਰਦਾ, ਕੋਈ ਦਰਖਤਾਂ ਦੀ ਪੂਜਾ ਕਰਦਾ, ਇਹ ਸਭ ਦੂਜੇ ਦੀ ਪੂਜਾ ਹੈ। ਇਸ ਵਾਸਤੇ ਜਿਹੜੇ ਗੁਰਮੁਖ ਜਿਨ੍ਹਾਂ ਨੂੰ ਇਹ ਗਿਆਨ ਹੋ ਗਏ, ਜਿਨ੍ਹਾਂ ਨੇ ਬ੍ਰਹਮ ਦਾ ਗਿਆਨ ਲੈ ਲਿਆ, ਉਹਨਾਂ ਦਾ ਇਹ ਅਗਿਆਨਤਾ ਇਹ ਖਤਮ ਹੋ ਜਾਂਦੀ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਸਾਨੂੰ ਮਿਲਣਾ ਕੁਛ ਨਹੀਂ ਹੈ, ਕਿਉਂਕਿ ਉਹਨਾਂ ਦੀ ਮੰਗ ਕੋਈ ਸੰਸਾਰ ਦੀ ਨਹੀਂ। ਇਹ ਜੀਵ ਇਹਨਾਂ ਨੂੰ ਕਾਹਤੋਂ ਮੰਗਦਾ ਹੈ? ਕਿਉਂਕਿ ਉਹਦੀਆਂ ਮੰਗਾਂ ਮਾਇਆ ਦੀਆਂ ਨਹੀਂ, ਸੰਸਾਰ ਦੀਆਂ ਮੰਗਾਂ ਨਹੀਂ। ਉਹ ਤਾਂ ਮੰਗਦਾ ਇਹਨਾਂ 'ਚ ਕਿਉਂਕਿ ਉਹਦੀ ਮੰਗ ਅਧਿਆਤਮਕ ਨਹੀਂ ਹੈ, ਉਹ ਮਨ ਵਾਸਤੇ ਨਹੀਂ ਉਹਦੀ ਮੰਗ, ਉਹਦੀ ਮੰਗ ਤਨ ਵਾਸਤੇ, ਸਰੀਰ ਵਾਸਤੇ। ਤਾਂ ਕਰਕੇ ਇਹਨਾਂ ਤੋਂ ਮੰਗਦਾ ਵੀ ਮੈਨੂੰ ਇਹ ਤਨ ਦੀਆਂ ਸਹੂਲਤਾਂ ਚਾਹੀਦੀਆਂ, ਅਤੇ ਡਰਦਾ ਹੀ ਮੰਨੀ ਜਾਂਦਾ ਇਹਨਾਂ ਨੂੰ। ਹਾਲਾਂਕਿ ਹੈ ਵੀ ਉੱਥੇ ਕੋਈ ਨਹੀਂ ਹੈ, ਕਿਉਂਕਿ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਦੋ ਹੀ ਰਾਹ ਨੇ, ਦੋ ਰਸਤੇ ਨੇ, ਇੱਕ ਲਿਵਦਾ, ਦੂਜਾ ਧਾਰਦਾ। ਜਿਹੜਾ ਤਾਂ ਲਿਵਦੇ ਮਾਰਗ ਦੇ ਉੱਤੇ ਚੱਲਦਾ, ਜਿਹਨੂੰ ਨਾਮ ਦਾ ਭੇਦ ਆ ਗਿਆ, ਪਰਮਾਤਮਾ ਦੇ ਸਨਮੁਖ ਹੋ ਗਿਆ, ਉਹ ਜਦੋਂ ਦੇਹ ਛੱਡੇਗਾ ਉਹ ਸਿੱਧਾ ਹੀ ਮਾਲਕ 'ਚ ਲੀਨ ਹੋਏਗਾ, ਪਰਮਾਤਮਾ ਦੇ ਵਿੱਚ। ਜਿਹੜਾ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ, ਉਹਦਾ ਪਾਪ ਖਤਮ ਹੋ ਗਿਆ, ਉਹ ਸਦਾ ਵਾਸਤੇ ਅਮਰ ਹੋ ਗਿਆ, ਮਾਲਕ ਦੇ ਵਿੱਚ ਸਮਾ ਗਿਆ। ਜੇ ਹੁਣ ਉਹਨੇ ਭਗਤੀ ਨਹੀਂ ਕੀਤੀ, ਜਦੋਂ ਉਹਨੇ ਦੇਹ ਛੱਡੀ ਅਤੇ ਨਾਲ ਹੀ ਉਹਨੂੰ ਸਜ਼ਾ ਦੇ ਕੇ ਬਤੌਰ, ਫਿਰ ਉਹਨੂੰ ਅੱਗੇ ਜੂਨ 'ਚ ਭੇਜ ਦਿੰਦੇ, ਆਕਾਰ ਦੇ ਵਿੱਚ ਪਾ ਦਿੰਦੇ। ਅਤੇ ਜਦੋਂ ਇੱਕ ਆਕਾਰ 'ਚੋਂ ਦੂਸਰੇ ਆਕਾਰ 'ਚ ਚਲਾ ਗਿਆ, ਉਹਨੂੰ ਪਿਛਲਾ ਜਨਮ ਭੁੱਲ ਜਾਂਦੇ, ਉਹਨੂੰ ਪਿਛੋਕੜ ਨਹੀਂ ਪਤਾ ਵੀ ਮੇਰਾ ਪਿਛਲਾ ਜਨਮ ਕੀ ਸੀ। ਅਤੇ ਇਸ ਕਰਕੇ ਫਿਰ ਵਿਹਲਾ ਤਾਂ ਕਿਸੇ ਨੂੰ ਛੱਡਦੀ ਨਹੀਂ, ਵੀ ਉਹ ਜੀਵਾਂ ਨੂੰ ਆਖੇ ਵੀ ਤੁਸੀਂ ਮੇਰੀ ਪੂਜਾ ਕਰੋ, ਮੈਨੂੰ ਮੰਨੋ, ਜੇ ਤੁਸੀਂ ਮੈਨੂੰ ਮੰਨੇਗੀ ਨਹੀਂ ਅਤੇ ਫਿਰ ਮੈਂ ਤੁਹਾਡਾ ਨੁਕਸਾਨ ਕਰਾਂਗਾ, ਫਿਰ ਮੈਂ ਤੁਹਾਨੂੰ ਦੁੱਖ ਦੇਵਾਂਗਾ। ਇਹ ਅਗਿਆਨਤਾ ਹੈ। ਨਾ ਸਾਨੂੰ ਭੇਦ ਹੋਣ ਕਰਕੇ, ਨਾ ਇਹ ਬ੍ਰਹਮ ਦਾ ਗਿਆਨ ਹੋਣ ਕਰਕੇ ਜੋ ਸਾਨੂੰ ਸਤਿਗੁਰੂ ਬਖਸ਼ਿਸ਼ ਕਰ ਰਹੀ, ਇਹ ਸਾਡੀ ਅਗਿਆਨਤਾ ਹੋਣ ਕਰਕੇ ਜੀਵ ਡਰਦੇ ਮੰਨੀ ਜਾਂਦੇ ਵੀ ਜੇ ਅਸੀਂ ਨਾ ਮੰਨਿਆ ਜੀ, ਸਾਡਾ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਣਾ। ਹੁਣ ਉੱਥੇ ਹੋਰ ਕੋਈ ਹੈ ਹੀ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਵੀ ਜੇ ਤਾਂ ਭਗਤੀ ਕੀਤੀ ਤਾਂ ਮਾਲਕ ਨੂੰ ਮਿਲ ਗਿਆ, ਜੇ ਨਹੀਂ ਕੀਤੀ ਤਾਂ ਉਹਨੂੰ ਸਜ਼ਾ ਦੇ ਕੇ ਅੱਗੇ ਜੂਨ 'ਚ ਪਾ ਦਿੱਤਾ। ਇੱਦਾਂ ਪਹਿਲਾਂ ਤਾਂ ਕਿਸੇ ਨੂੰ ਛੱਡਦੇ ਹੀ ਨਹੀਂ। ਜ਼ਿਆਦਾ ਮਾਲਕ ਨੂੰ ਮਿਲ ਲਓ, ਜਾਂ ਅੱਗੇ ਆਕਾਰ 'ਚ ਚਲੇ ਜਾਓ, ਦੇਹ ਦੇ ਵਿੱਚ ਚਲੇ ਜਾਓ, ਹੋਰ ਆਕਾਰ ਦੇ ਦੇਣਗੇ, ਹੋਰ ਕੱਪੜਾ ਚੜ੍ਹਾ ਦੇਣਗੇ ਉੱਥੇ। ਸੋ ਇਸ ਵਾਸਤੇ ਜਿਹੜਾ ਦੂਜੇ ਨੂੰ ਮੰਨਣਾ, ਇਹ ਸਾਡੀ ਅਗਿਆਨਤਾ ਹੈ। ਤਾਂਹੀਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਵੀ ਇਹ ਕੂੜ ਕਿਰਿਆ ਦੇ ਵਿੱਚ ਜੀਵ ਲੱਗੇ ਹੋਏ ਨੇ, ਵੀ ਕੂੜ ਨੂੰ ਮੰਨਦੇ, ਵੀ ਜੋ ਸ਼੍ਰੀ ਭਗਵਾਨ ਅਕਾਲ ਪੁਰਖ ਵਾਹਿਗੁਰੂ, ਉਹਦਾ ਇਹਨਾਂ ਨੇ ਭੇਤ ਨਹੀਂ ਲਿਆ, ਇਹਨਾਂ ਨੂੰ ਸੋਝੀ ਨਹੀਂ, ਇਹਨਾਂ ਨੂੰ ਗਿਆਨ ਨਹੀਂ। ਬਈ ਦੇਣ ਵਾਲਾ ਤਾਂ ਮਾਲਕ ਪਰਮਾਤਮਾ ਹੈ, ਉਹਨੂੰ ਛੱਡ ਕੇ ਦੂਜੇ ਨੂੰ ਮੰਨਣਾ, ਉਸ ਸਾਨੂੰ ਦੁੱਖ ਹੀ ਮਿਲਣੇ। ਇਸ ਕਰਕੇ ਅਸੀਂ ਦੁਖੀ ਹੋ ਜਾ ਰਹੇ, ਹੋਰ ਦੀ ਹੋਰ ਅੱਗੇ ਦੁੱਖ ਵੱਧਦੇ ਜਾਂਦੇ, ਦੁੱਖ ਘਟਦਾ ਕੋਈ।
ਕਿਉਂਕਿ ਮਹਾਰਾਜ ਕਹਿੰਦੇ ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਈ, ਨਾਨਕ ਕਿਛ ਨਾ ਸੀਝੀ ਬਹਿਣ ਨਾਮੇ ਪੱਤ ਜਾਏ। ਵੀ ਦੇਣਹਾਰ ਮਾਲਕ ਨੂੰ ਛੱਡ ਕੇ ਦੂਜੇ ਨਾਲ ਜੁੜਨਾ, ਦੂਜੇ ਤੋਂ ਮੰਗਣਾ, ਇਸ ਵਾਸਤੇ ਫਿਰ ਜਿਹੜਾ ਮਨਮੁਖ ਦਾ ਮੰਗਣਾ ਉਹ ਹੋਰ ਹੈ, ਉਹ ਕਾਲ ਪਾਸੋਂ ਮੰਗਦਾ ਹੈ। ਜਿਹੜੇ ਗੁਰਮੁਖ ਨੇ ਉਹ ਅਕਾਲ ਪਾਸੋਂ ਮੰਗਦੇ, ਮਾਲਕ ਪਾਸੋਂ ਮੰਗਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਬਈ ਸੁੱਖਾਂ ਦਾ ਦਾਤਾ ਇੱਕੋ ਹੀ ਹੈ, ਮਾਲਕ ਵਾਹਿਗੁਰੂ। ਦੂਜਾ ਹੋਰ ਕੋਈ ਸਾਨੂੰ ਦੇ ਨਹੀਂ ਸਕਦਾ। ਤਾਂ ਕਰਕੇ ਉਹ ਫਿਰ ਇੱਕ ਨਾਲ ਜੁੜ ਜਾਂਦੇ, ਮਾਲਕ ਨਾਲ ਜੁੜ ਜਾਂਦੇ, ਅਤੇ ਉਹਨਾਂ ਦੀ ਮੰਗ ਵੀ ਇੱਕੋ ਹੀ ਹੈ ਮਾਲਕ ਤੋਂ। ਉਹਨਾਂ ਦੀ ਅਰਦਾਸ ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ। ਵੀ ਹੈ ਕਿ ਤੂੰ ਹੈ ਸੱਚਾ ਸਾਡਾ ਸਖਾ, ਬਈ ਜਿਹਨੇ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਣ, ਜਿਹਨੇ ਔਖੀ ਘੜੀ ਦੇ ਵਿੱਚ ਵੀ ਸਾਡਾ ਸਾਥ ਦੇਣਾ। ਬਾਕੀ ਹੋਰ ਤਾਂ ਅਸੀਂ ਸੰਸਾਰ ਦੇ ਵਿੱਚ ਬਥੇਰੇ ਮਿੱਤਰ ਬਣਾ ਕੇ ਦੇਖ ਲਏ ਘਨੇਰੇ, ਪਰ ਸਾਡੇ ਮਨ ਦਾ ਜਿਹੜਾ ਦੁੱਖ ਸੀ ਉਹ ਦੁੱਖ ਨਾ ਮਿਟਿਆ, ਦੁੱਖ ਨਾ ਘਟਿਆ। ਵੀ ਦੁੱਖ ਉਦੋਂ ਘਟਦਾ ਜਦੋਂ ਅਸੀਂ ਇੱਕੋ ਮਾਲਕ ਨੂੰ, ਆਪਣੇ ਪ੍ਰੀਤਮ ਨੂੰ ਮਿਲ ਲੈਂਦੇ। ਮਾਰੇ ਕਹਿੰਦੇ ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਘਾਟੇ ਕੋਈ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਈ। ਵੀ ਉਹ ਪ੍ਰੀਤਮ ਨੂੰ, ਮਾਲਕ ਨੂੰ ਮਿਲ ਕੇ ਹੀ ਸਾਡੇ ਮਨ ਦਾ ਦੁੱਖ ਕੱਟਿਆ ਜਾ। ਸੰਸਾਰ ਦੇ ਵਿੱਚ ਅਸੀਂ ਕਿੰਨਾ ਵੀ ਹੋਰ ਦੂਜੇ ਨੂੰ ਮੰਨ ਲਈਏ, ਕਿੰਨੀ ਪੂਜਾ ਕਰ ਲਈਏ, ਸਾਡੇ ਮਨ ਨੂੰ ਸੁੱਖ ਨਹੀਂ ਮਿਲਣਾ, ਕਿਉਂਕਿ ਮਨ ਵਾਸਤੇ ਇਹਦੇ ਵਿੱਚ ਕੁਝ ਹੈ ਹੀ ਨਹੀਂ। ਇੱਥੇ ਸਿਰਫ ਭਰਮ ਹੀ ਭਰਮ। ਤਾਂਹੀਓ ਸਤਿਗੁਰੂ ਫਿਰ ਸਾਨੂੰ ਸਮਝਾਉਂਦੇ ਵੀ ਭਰਮ ਦੇ ਵਿੱਚ ਨਾ ਰਹੋ, ਤੁਸੀਂ ਸਤ ਸੰਗਤ ਕਰੋ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਵੋ, ਇਹ ਗਿਆਨ ਲਵੋ, ਸੂਝੀ ਲਵੋ। ਇਸ ਵਾਸਤੇ ਸਤ ਸੰਗਤ ਨੂੰ ਸਤਿਗੁਰਾਂ ਦਾ ਸਕੂਲ ਆਖੇ। ਜਿਵੇਂ ਸਕੂਲ ਦੇ ਵਿੱਚ ਪੜ੍ਹਾਈ ਹੁੰਦੀ, ਇਸੇ ਤਰ੍ਹਾਂ ਇਹ ਸਤਿਗੁਰਾਂ ਦਾ ਸਕੂਲ ਹੈ। ਇੱਥੇ ਬ੍ਰਹਮ ਵਿਦਿਆ ਪੜ੍ਹਾਈ ਜਾਂਦੀ। ਇਹ ਬ੍ਰਹਮ ਦਾ ਆਪਾਂ ਨੂੰ ਗਿਆਨ ਦਿੱਤਾ ਜਾਂਦਾ, ਜਿਹਦੇ ਨਾਲ ਸਾਡੇ ਅੰਦਰੋਂ ਗਿਆਨਤਾ ਦਾ ਹਨੇਰਾ ਮਿਟਦਾ ਹੈ ਅਤੇ ਅਸੀਂ ਸੁਖੀ ਹੋ ਜਾਂਦੇ। ਸਾਡਾ ਜਿਹੜਾ ਮਨ ਹੈ ਇਹਨੇ ਸ਼ੀਤਲ ਹੋਣਾ, ਇਹਨੇ ਠੰਡਾ ਹੋਣਾ। ਜਦ ਤੱਕ ਹੁਣ ਅਸੀਂ ਇਹ ਗਿਆਨ ਨਹੀਂ ਲਵਾਂਗੇ, ਹੋਰ ਸੰਸਾਰ ਦੇ ਵਿੱਚ ਕੋਈ ਉਪਾਅ ਨਹੀਂ ਹੈ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਆ ਸਕੇ, ਸਾਡਾ ਮਨ ਤਪਦਾ ਹੋਇਆ ਠੰਡਾ ਹੋ ਸਕੇ। ਇਹਦਾ ਕੋਈ ਹੱਲ ਨਹੀਂ। ਹੁਣ ਜੇ ਆਪਾਂ ਚਾਹੁੰਦੇ ਹਾਂ ਵੀ ਆਉਣ ਵਾਲਾ ਸਮਾਂ ਸਾਡਾ ਭਵਿੱਖ ਚੰਗਾ ਹੋਵੇ, ਸਾਡੇ ਬੱਚੇ ਨੇ, ਉਹਨਾਂ ਬੱਚਿਆਂ ਦਾ ਭਵਿੱਖ ਚੰਗਾ ਹੋਵੇ, ਉਹਦੇ ਵਾਸਤੇ ਜਿਵੇਂ ਆਪਾਂ ਸੰਸਾਰ ਦੀ ਪੜ੍ਹਾਈ ਕਰਾਉਂਦੇ ਬੱਚਿਆਂ ਨੂੰ, ਵੀ ਇਹਨਾਂ ਵਾਸਤੇ ਪੜ੍ਹਾਈ ਜ਼ਰੂਰੀ ਹੈ ਅਤੇ ਉਹਦੇ ਵਾਸਤੇ ਆਪਾਂ ਚੰਗੇ ਸਕੂਲਾਂ 'ਚ ਭੇਜਦੇ ਹਾਂ। ਮਾਂ ਪਿਓ ਖਰਚਾ ਕਿੰਨਾ ਕਰਦੇ, ਤਾਂ ਕਿ ਵੀ ਇਹਨਾਂ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਵਧੀਆ ਹੋਵੇ, ਭਵਿੱਖ ਇਹਨਾਂ ਦਾ ਚੰਗਾ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਆਪਾਂ ਨੂੰ ਇਹ ਸਮਝਾਉਂਦੇ ਵੀ ਜੇ ਹੁਣ ਅਸੀਂ ਚਾਹੁੰਦੇ ਹਾਂ ਵੀ ਸਾਡੇ ਮਨਾਂ ਨੂੰ ਸ਼ਾਂਤੀ ਰਹੇ, ਸਾਡੇ ਮਨ ਦਾ ਭਵਿੱਖ ਚੰਗਾ ਹੋਵੇ, ਕਿਉਂਕਿ ਇਹ ਤਾਂ ਤਨ ਵਾਸਤੇ ਹੈ ਨਾ, ਸੰਸਾਰ ਦਾ ਇਹ ਤਨ ਵਾਸਤੇ, ਸਰੀਰ ਵਾਸਤੇ। ਸੰਸਾਰੀ ਜਿਹੜੀ ਪੜ੍ਹਾਈ ਅਸੀਂ ਕਰਦੇ ਹਾਂ ਉਹ ਇਹ ਤਨ ਤੱਕ ਹੀ ਹੈ ਬਸ। ਬਈ ਕਿਵੇਂ ਅਸੀਂ ਚੰਗਾ ਪੜ੍ਹ ਲਿਖ ਕੇ ਕਿਵੇਂ ਅਸੀਂ ਵਧੀਆ ਪਹਿਨਣ ਲੱਗ ਜਾਈਏ, ਕਿਵੇਂ ਅਸੀਂ ਚੰਗਾ ਘਰ-ਬਾਰ ਬਣਾ ਲਈਏ, ਕਿਵੇਂ ਅਸੀਂ ਚੰਗੀ ਨੌਕਰੀ ਕਰ ਲਈਏ,
ਸਿਰਫ ਇੱਥੇ ਤੱਕ ਹੀ, ਇਹਦੇ ਵਿੱਚ ਕੋਈ ਅਧਿਆਤਮਿਕ ਗਿਆਨ ਨਹੀਂ ਹੈ। ਇਹਦੇ ਵਿੱਚ ਕੋਈ ਸਾਡੇ ਮਨ ਨੂੰ ਸ਼ਾਂਤੀ ਵਾਲਾ ਕੋਈ ਇਹ ਨਹੀਂ ਹੈ ਵੀ ਸਾਡੇ ਮਨ ਨੂੰ ਸੁੱਖ ਮਿਲੇਗਾ। ਤਾਂਹੀਓ ਆਪਾਂ ਦੇਖਦੇ ਸੰਸਾਰ ਦੇ ਵਿੱਚ ਸੰਸਾਰੀ ਜਦੋਂ ਜੀਵ ਇਕੱਲੀ ਪੜ੍ਹਾਈ ਨੂੰ ਲੈ ਕੇ ਚੱਲਦਾ, ਬ੍ਰਹਮ ਵਿਦਿਆ ਨਹੀਂ ਲੈਂਦਾ, ਜਿਉਂ-ਜਿਉਂ ਜ਼ਿਆਦਾ ਪੜ੍ਹਦਾ ਜਾਂਦਾ ਤੇ ਉਹਦੇ ਅੰਦਰ ਹਉਮੈ ਹੰਕਾਰ ਵੀ ਵੱਧਦਾ ਜਾਂਦਾ। ਇਸ ਕਰਕੇ ਸੰਸਾਰ ਦੇ ਵਿੱਚ ਕਿੰਨਾ ਵੀ ਜੀਵ ਪੜ੍ਹ ਲਿਖ ਜਾਵੇ, ਕਿੰਨੀ ਵਧੀਆ ਕਿੰਨੀ ਚੰਗੀ ਨੌਕਰੀ 'ਤੇ ਚਲਾ ਜਾਵੇ, ਪਰ ਉਹਦੇ ਅੰਦਰੋਂ ਹਉਮੈ ਹੰਕਾਰ ਉਹ ਨਹੀਂ ਖਤਮ ਹੁੰਦਾ, ਉਹ ਨਹੀਂ ਮਿਟਦਾ। ਉਹਦੇ ਨਾਲ ਜਿਹੜੇ ਹੋਰ ਹੁੰਦੇ ਉਹਨਾਂ ਦੇ ਨਾਲ ਹੀ ਦੁਬਦਾ ਖੜੀ ਕਰ ਲੈਂਦਾ। ਉਹ ਆਪਾਂ ਦੇਖਦੇ ਸੰਸਾਰ ਦੇ ਵਿੱਚ ਜੀਵ ਕਿੰਨਾ ਵੀ ਪੜ੍ਹ ਲਿਖ ਕੇ ਕਿੰਨੀ ਚੰਗੀ ਪੋਸਟ 'ਤੇ ਚਲਾ ਜਾਵੇ, ਪਰ ਫਿਰ ਵੀ ਉਹਦੇ ਜਿਹੜੇ ਨਾਲ ਦੇ ਹੋਰ ਹੁੰਦੇ ਉਹਨਾਂ ਦੇ ਨਾਲ ਹੀ ਉਹਦਾ ਲੜਾਈ ਝਗੜਾ ਵੈਰ ਵਿਰੋਧ ਖਤਮ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਬ੍ਰਹਮ ਵਿਦਿਆ ਨਹੀਂ ਲਈ। ਸੰਸਾਰ ਦੀ ਵਿਦਿਆ ਤਾਂ ਬਥੇਰੀ ਪੜ੍ਹ ਲਈ, ਪਰ ਉਹਨਾਂ ਨੂੰ ਇਹ ਅੰਦਰ ਦਾ ਗਿਆਨ ਨਹੀਂ, ਇਹ ਸੋਝੀ ਨਹੀਂ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਚਾਹੁੰਦੇ ਵੀ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ, ਜਿਵੇਂ ਅਸੀਂ ਸੰਸਾਰੀ ਤੌਰ 'ਤੇ ਕਹਿੰਦੇ ਹਾਂ ਵੀ ਉਹ ਚੰਗਾ ਪੜ੍ਹ ਲਿਖ ਜਾਣ, ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਵੀ ਉਹ ਦੁਬਦਾ 'ਚ ਨਾ ਪੈਣ, ਵੀ ਉਹਨਾਂ ਦੇ ਮਨ ਨਾ ਦੁਖੀ ਹੋਣ, ਉਹਨਾਂ ਦੇ ਮਨ ਠੰਡੇ ਰਹਿਣ, ਮਨ ਸੀਤਲ ਰਹਿਣ, ਉਹ ਸੁਖੀ ਰਹਿਣ, ਫਿਰ ਉਹਦੇ ਵਾਸਤੇ ਬ੍ਰਹਮ ਵਿਦਿਆ ਹੈ, ਬ੍ਰਹਮ ਗਿਆਨ ਦਾ ਜੋ ਗਿਆਨ ਹੈ ਇਹ ਉਹਨਾਂ ਵਾਸਤੇ ਗਿਆਨ ਬਹੁਤ ਜ਼ਰੂਰੀ ਹੈ। ਫਿਰ ਉਹਨਾਂ ਨੂੰ ਸਤ ਸੰਗਤ 'ਚ ਆਉਣਾ ਪਏਗਾ, ਸਤਿਗੁਰਾਂ ਦੇ ਸਕੂਲ ਵਿੱਚ ਆਉਣਾ ਪਏਗਾ। ਜੇ ਉਹ ਇਹ ਬ੍ਰਹਮ ਵਿਦਿਆ ਲੈ ਲੈਣਗੇ, ਉਹਨਾਂ ਨੂੰ ਇਹ ਗਿਆਨ ਹੋ ਜਾਏਗਾ, ਅਤੇ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਉਹ ਆਪਦੇ ਜੀਵਨ ਦੇ ਵਿੱਚ ਬੜਾ ਸੁਖੀ ਰਹਿਣਗੇ, ਬੜੇ ਆਨੰਦ ਵਿੱਚ ਰਹਿਣਗੇ, ਉਹ ਦੁਖੀ ਨਹੀਂ ਹੋਣਗੇ। ਉਹਨਾਂ ਦਾ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੋਏਗਾ। ਪਰ ਜੇ ਉਹ ਗਿਆਨ ਲੈਣਗੇ ਤਾਂ, ਜੇ ਉਹਨਾਂ ਨੇ ਇਹ ਗਿਆਨ ਨਾ ਲਿਆ, ਨਾ ਸੋਝੀ ਲਈ, ਤੇ ਉਹਨਾਂ ਦੇ ਮਨ ਬੜੇ ਤਪਣਗੇ ਅੱਗੇ ਜਾ ਕੇ, ਕਿਉਂਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਉਣੀ, ਉਹਨਾਂ ਦੇ ਮਨ ਨੇ ਠੰਡਾ ਨਹੀਂ ਹੋਣਾ, ਉਹਨੇ ਦੁਰਮਤ ਦੀ ਅਗਨ ਦੇ ਵਿੱਚ ਜਲਦਾ ਰਹਿਣਾ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਜਿਵੇਂ ਅਸੀਂ ਸੰਸਾਰ ਦੀ ਪੜ੍ਹਾਈ ਵਾਸਤੇ ਇੰਨਾ ਜ਼ੋਰ ਲਾਉਂਦੇ ਹਾਂ, ਜੇ ਕਿਤੇ ਅਸੀਂ ਥੋੜ੍ਹਾ ਜਿਹਾ ਖਿਆਲ ਇੱਧਰ ਨੂੰ ਵੀ ਕਰੀਏ ਵੀ ਤਾਂ ਕਿ ਜੋ ਗੁਰਬਾਣੀ ਗੁਰੂ ਸਾਨੂੰ ਭੇਜਦੇ ਰਹੇ ਉਹ ਅਸੀਂ ਆਪ ਵੀ ਸੋਝੀ ਲਈਏ, ਅਤੇ ਨਾਲ ਨਾਲ ਉਹਨਾਂ ਨੂੰ ਵੀ, ਬੱਚਿਆਂ ਨੂੰ ਵੀ ਦਈਏ, ਅਤੇ ਆਉਣ ਵਾਲਾ ਸਮਾਂ ਉਹਨਾਂ ਦਾ ਭਵਿੱਖ ਵਧੀਆ ਵਧੀਆ ਹੋਏਗਾ, ਚੰਗਾ ਹੀ ਹੋਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਜਦੋਂ ਅਸੀਂ ਗਿਆਨ ਲੈ ਲੈਂਦੇ ਹਾਂ, ਇਹਦੇ ਨਾਲ ਸਾਡਾ ਮਨ ਸੀਤਲ ਹੁੰਦਾ, ਠੰਡਾ ਹੁੰਦਾ, ਜਿਹੜਾ ਪਹਿਲਾਂ ਤਪ ਰਿਹਾ ਹੁੰਦਾ ਉਹ ਫਿਰ ਨਾਮ ਠੰਡਾ ਹੈ, ਅਤੇ ਠੰਡੇ ਦੇ ਨਾਮ ਦੇ ਨਾਲ ਇਹ ਸਾਡਾ ਜਿਹੜਾ ਮਨ ਤਪਦਾ, ਇਹ ਤਪਦਾ ਮਨ ਠੰਡਾ ਹੋ ਜਾਂਦਾ। ਮਹਾਰਾਜ ਕਹਿੰਦੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ, ਵੀ ਜੋ ਨਾਮ ਹੈ ਇਹ ਠੰਡਾ ਹੈ, ਅਤੇ ਇੱਧਰ ਮਾਇਆ, ਜਿਹੜੀ ਮਾਇਆ ਦੇ ਵਿੱਚ ਅਗਨ ਹੈ, ਇੱਧਰ ਤਪਸ਼। ਮਹਾਰਾਜ ਕਹਿੰਦੇ ਕਲ ਤਾਤੀ ਠੰਡਾ ਹਰਨਾਓ, ਵੀ ਨਾਮ ਠੰਡਾ, ਨਾਮ ਸੀਤਲ, ਅਤੇ ਜੇ ਸਾਡਾ ਮਨ ਜੁੜ ਗਿਆ ਨਾਮ ਦੇ ਨਾਲ ਤਾਂ ਇਹਨੇ ਵੀ ਠੰਡਾ ਹੋ ਜਾਣਾ। ਨਹੀਂ ਤਾਂ ਅਸੀਂ ਤਨ ਵਾਸਤੇ ਕਿੰਨਾ ਵੀ ਇੰਤਜ਼ਾਮ ਕਰ ਲਈਏ, ਪਰ ਇਹਦੇ ਨਾਲ ਸਾਡਾ ਮਨ ਨਹੀਂ ਠੰਡਾ ਹੁੰਦਾ। ਜਿਵੇਂ ਹੁਣ ਆ ਗਰਮੀ ਹੋ ਰਹੀ ਹੈ, ਗਰਮੀ ਦੇ ਵਿੱਚ ਆਪਾਂ ਪੱਖੇ ਚਲਾ ਲਏ, ਫਿਰ ਹੋਰ ਗਰਮੀ ਹੋ ਜਾਣੀ, ਕੂਲਰ ਲਾ ਲਾਂਗੇ, AC ਲਾ ਲਾਂਗੇ, ਉਹਦੇ ਨਾਲ ਇਹ ਤਨ ਤਾਂ ਠੰਡਾ ਹੋ ਜਾਏਗਾ, ਪਰ ਮਨ ਨਹੀਂ ਠੰਡਾ ਹੁੰਦਾ, ਮਨ ਤਾਂ ਉਵੇਂ ਹੀ ਤਪ ਰਿਹਾ। ਤਾਈਆਂ ਮਹਾਰਾਜ ਕਹਿੰਦੇ ਵੀ ਤਨ ਵਾਸਤੇ ਕਿੰਨਾ ਵੀ ਜੀਵ, ਜਿਵੇਂ ਉਸ ਸਮੇਂ
ਜੀਵ ਲੇਪ ਕਰ ਲੈਂਦੇ ਸੀ ਠੰਡਾ। ਜਿਵੇਂ ਹੁਣ ਚਲੋ ਸਮਾਂ ਬਦਲ ਗਿਆ, ਆਪਾਂ ਇਹ ਪੱਖੇ ਕੂਲਰ ਏਸੀ ਲਾ ਲੈਂਦੇ, ਉਦੋਂ ਜੀਵ ਚੰਦਨ ਦਾ ਲੇਪ ਮਲ ਲੈਂਦੇ ਸੀ ਵੀ ਠੰਡਾ ਹੈ। ਸਰਦ ਰੁੱਤ ਮਹਾਰਾਜ ਕਹਿੰਦੇ ਵੀ ਕਿੰਨੀ ਸਰਦ ਰੁੱਤ ਹੋਵੇ, ਕਿੰਨਾ ਇਹਦੇ 'ਤੇ ਲੇਪ ਕਰ ਲਿਓ ਠੰਡਾ, ਪਰ ਇਹਦੇ ਨਾਲ ਜਿਹੜਾ ਮਨ ਹੈ ਉਹ ਮਨ ਨਹੀਂ ਠੰਡਾ ਹੁੰਦਾ, ਮਨ ਉਵੇਂ ਹੀ ਤਪਦਾ। ਮਹਾਰਾਜ ਕਹਿੰਦੇ ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਵੀ ਇਹ ਮਨ ਸੀਤਲ ਤਾਂ ਹੋਣਾ ਜੇ ਇਹ ਨਾਮ ਜਪੇ, ਜੇ ਸਿਮਰਨ ਕਰੇ, ਜੇ ਗੁਰੂ ਦੀ ਮੱਤ ਲਵੇ, ਗਿਆਨ ਲਵੇ ਤੇ ਫਿਰ ਇਹ ਠੰਡਾ ਹੋ ਜੇ, ਨਹੀਂ ਤਾਂ ਇਹ ਠੰਡਾ ਹੁੰਦਾ ਨਹੀਂ। ਤਨ ਦੀਆਂ ਸਹੂਲਤਾਂ ਸੁੱਖ ਇਹ ਸਾਡੇ ਮਨ ਨੂੰ ਠੰਡਾ ਨਹੀਂ ਕਰ ਸਕਦੀ। ਆਈਆਂ ਆਪਾਂ ਦੇਖਦੇ ਸੰਸਾਰ 'ਚ ਜੀਵ ਕੋਲ ਕਿੰਨੀਆਂ ਵੀ ਸੁੱਖ ਸਹੂਲਤਾਂ ਹੋਣ, ਮਨ ਉਹਦਾ ਫਿਰ ਵੀ ਤਪਦਾ, ਫਿਰ ਵੀ ਦੁਖੀ ਹੈ, ਫਿਰ ਵੀ ਅਸ਼ਾਂਤ। ਤਾਈਓ ਸਤਿਗੁਰਾਂ ਨੇ ਉਦਾਹਰਨ ਦਿੱਤੀ ਵੀ ਜੇ ਕਿਸੇ ਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਦੇ ਦਿੱਤਾ ਜਾਵੇ, ਉਹ ਰਾਜਾ ਵੀ ਦੁਖੀ ਹੈ, ਕਿਉਂਕਿ ਇਹਦੇ ਵਿੱਚ ਸੁੱਖ ਨਹੀਂ। ਜੇ ਉਹਨੇ ਬ੍ਰਹਮ ਦਾ ਗਿਆਨ ਨਹੀਂ ਲਿਆ, ਜੇ ਉਹ ਸਿਮਰਨ ਨਹੀਂ ਕਰਦਾ ਤੇ ਉਹਨੂੰ ਸੁੱਖ ਮਿਲਣਾ ਹੀ, ਉਹਦੇ ਮਨ ਨੇ ਤਾਂ ਦੁਖੀ ਰਹਿਣਾ, ਅਸ਼ਾਂਤੀ ਰਹਿਣਾ। ਇਸ ਲਈ ਮਹਾਰਾਜ ਫਰਮਾਉਂਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਈ ਸੁਖੀਆ। ਵੀ ਜਿਹੜਾ ਤਾਂ ਮਾਲਕ ਦਾ ਨਾਮ ਜਪਦਾ ਉਹ ਸੁਖੀ ਹੈ, ਨਹੀਂ ਤਾਂ ਸਾਰੀ ਸ੍ਰਿਸ਼ਟੀ ਦੇ ਰਾਜਾ ਉਹ ਰਾਜਾ ਵੀ ਦੁਖੀ। ਹੁਣ ਰਾਜੇ ਕੋਲ ਕੋਈ ਦੁਨਿਆਵੀ ਧਨ ਦੀ ਕਮੀ ਨਹੀਂ, ਕੋਈ ਸੁੱਖ ਸਹੂਲਤਾਂ ਦੀ ਕਮੀ ਨਹੀਂ, ਸੰਸਾਰ ਦੀਆਂ ਸਾਰੀਆਂ ਉਹਦੇ ਕੋਲ ਸੁੱਖ ਸਹੂਲਤਾਂ ਵੀ ਨੇ, ਦੁਨਿਆਵੀ ਧਨ ਵੀ ਹੈ, ਮਾਣ ਸਤਿਕਾਰ ਵੀ ਮਿਲਦਾ ਹੈ, ਫਿਰ ਵੀ ਦੁਖੀ। ਕਿਉਂਕਿ ਦੁੱਖ ਦਾ ਕਾਰਨ ਉਹ ਹੈ ਅਗਿਆਨਤਾ। ਦੁੱਖ ਦਾ ਕਾਰਨ ਹੈ ਗੁਰੂ ਦੀ ਨਾਮ ਮੱਤ ਲੈਣੀ, ਅਗਿਆਨਤਾ ਦੇ ਵਿੱਚ ਰਹਿਣਾ, ਤੇ ਅਗਿਆਨਤਾ 'ਚ ਦੁੱਖ ਹੀ ਦੁੱਖ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਦੁਖੀ ਹਾਂ ਤੇ ਦੁੱਖ ਦਾ ਕਾਰਨ ਕਿਸੇ ਨੂੰ ਹੋਰ ਨਹੀਂ ਮੰਨਣਾ। ਜੇ ਅਸੀਂ ਦੁਖੀ ਹਾਂ ਤੇ ਸਾਡਾ ਹੀ ਕੋਈ ਕਾਰਨ ਹੈ ਬਈ ਅਸੀਂ ਤਾਂ ਦੁਖੀ ਹਾਂ, ਸਾਡੀ ਅਗਿਆਨਤਾ ਹੈ, ਸਾਤੋਂ ਕਿਤੇ ਅਗਿਆਨਤਾ ਦੇ ਵਿੱਚ ਨਾ ਗੁਰੂ ਦੀ ਮੱਤ ਲੈਣ ਕਰਕੇ ਤਾਂ ਅਸੀਂ ਦੁਖੀ ਹੋ ਰਹੇ। ਜੇ ਅਸੀਂ ਗੁਰੂ ਦੀ ਮੱਤ ਲੈ ਲਾਂਗੇ ਤਾਂ ਸਾਨੂੰ ਕੋਈ ਦੁੱਖ ਹੈ ਹੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਦੋਸ਼ ਕਿਸੇ ਹੋਰ ਨੂੰ ਨਹੀਂ ਦੇਣਾ, ਦੋਸ਼ ਸਾਡਾ ਆਪਦਾ ਹੈ, ਮਨ ਦਾ। ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਜੇ ਹੁਣ ਅਸੀਂ ਦੁਖੀ ਹਾਂ ਤੇ ਇਹਦੇ ਵਿੱਚ ਕਿਸੇ ਹੋਰ ਦਾ ਥੋੜ੍ਹੀ ਦੋਸ਼ ਹੈ, ਦੋਸ਼ ਤਾਂ ਸਾਡੇ ਮਨ ਦਾ, ਆਪਣੇ ਕਰਮਾਂ ਦਾ। ਕਰਮ ਕੀ? ਸਾਡੀ ਅਗਿਆਨਤਾ, ਅਗਿਆਨਤਾ 'ਚ ਹੀ ਕਰਮ। ਕਰਮ ਕੀ ਹੁੰਦੇ? ਫੁਰਨੇ, ਵਿਚਾਰ, ਇਹ ਕਰਮ ਨੇ। ਹੁਣ ਅਸੀਂ ਵਿਚਾਰ ਲਈ ਜਾ ਰਹੇ ਹਾਂ ਤੇ ਵਿਚਾਰਾਂ 'ਚ ਅਸੀਂ ਦੁਖੀ ਹੋਈ ਜਾ ਰਹੇ ਹਾਂ, ਤੇ ਉਹ ਜੋ ਮਨ ਦੇ ਕਰਮ ਨੇ। ਤੇ ਮਹਾਰਾਜ ਕਹਿੰਦੇ ਹੋਰ ਕਿਸੇ ਨੂੰ ਕਾਹਦਾ ਦੋਸ਼? ਦੋਸ਼ ਤਾਂ ਤੁਹਾਡਾ, ਤੁਹਾਡੇ ਕਰਮਾਂ ਦਾ, ਤੁਹਾਡੇ ਵਿਚਾਰਾਂ ਦਾ, ਤੁਹਾਡੇ ਫੁਰਨਿਆਂ ਦਾ। ਤੁਹਾਨੂੰ ਕਹਿੰਦੇ ਆ ਵੀ ਤੁਸੀਂ ਵਿਚਾਰ ਨਾ ਲਓ, ਤੁਸੀਂ ਵਿਚਾਰਾਂ ਨੂੰ ਬੰਦ ਕਰ ਦਿਓ ਤੇ ਕੋਈ ਦੁੱਖ ਨਹੀਂ। ਇਸ ਵਾਸਤੇ ਦੁੱਖ ਦਾ ਕਾਰਨ ਸਾਡੇ ਅੰਦਰ, ਸਾਡੇ ਵਿਚਾਰ, ਸਾਡੇ ਫੁਰਨੇ, ਤਾਂ ਅਸੀਂ ਦੁਖੀ। ਜੇ ਅਸੀਂ ਸੁਖੀ ਹਾਂ ਤੇ ਸੁੱਖ ਦਾ ਕਾਰਨ ਹੈ ਗੁਰੂ ਦੀ ਮੱਤ, ਵੀ ਅਸੀਂ ਗੁਰੂ ਦੀ ਮੱਤ ਲੈ ਲਈ, ਇਹਨਾਂ ਵਿਚਾਰਾਂ ਤੋਂ ਉੱਪਰ ਉੱਠ ਗਏ ਤੇ ਸੁਖੀ ਹੋ ਗਏ। ਵੀ ਸੁਖੀ ਹੋਣਾ ਹੈ ਤੇ ਤੁਸੀਂ ਫਿਰ ਇਹ ਆਪਦੀ ਮੱਤ ਛੱਡ ਦਿਓ, ਗੁਰੂ ਦੀ ਮੱਤ ਲੈ ਕੇ ਇਹ ਸਿਮਰਨ ਅਭਿਆਸ ਕਰੋ। ਤੇ ਜੋ ਸਾਨੂੰ ਸਤਿਗੁਰੂ ਗਿਆਨ ਦੇ ਰਹੇ ਹੋ, ਮਨ ਨੂੰ ਗਿਆਨ ਦੀ ਮੱਤ ਦੇਵੋ, ਤੇ ਫਿਰ ਅਸੀਂ ਸਦਾ ਲਈ ਸੁਖੀ ਹੋ ਸਕਦੇ।
ਆਓ ਹੁਣ ਅਸੀਂ ਕਿਵੇਂ ਸੁਖੀ ਹੋਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰੇ ਹੋਏ ਅਭਿਆਸ ਕਰਦੇ ਹਾਂ, ਇਹਦੇ ਨਾਲ ਸਾਡੇ ਮਨ 'ਤੇ ਜੋ ਮੈਲ ਲੱਗੀ ਹੁੰਦੀ ਇਹਨਾਂ ਵਿਚਾਰਾਂ ਦੀ, ਕਰਮਾਂ ਦੀ, ਇਹ ਕਰਮਾਂ ਦੀ ਮੈਲ ਉਤਰਦੀ। ਜਿਵੇਂ ਆਮ ਜੀਵ ਕਹਿੰਦਾ ਮੇਰੇ ਤਾਂ ਕਰਮ ਹੀ ਮਾੜੇ ਅੱਛੇ। ਕਰਮ ਕੀ ਹੈ? ਵਿਚਾਰ। ਮਹਾਰਾਜ ਕਹਿੰਦੇ ਵਿਚਾਰ ਨਾਲ ਲਓ, ਵਿਚਾਰ ਛੱਡ ਦਿਓ ਔਰ ਨਹੀਂ ਛੱਡ ਦਿਓ। ਅਤੇ ਇਸ ਵਾਸਤੇ ਹੁਣ ਵਿਚਾਰ ਨੇ ਜਿਹੜੇ, ਇਹ ਸਾਨੂੰ ਦ੍ਰਿੜ ਹੋਵੇ, ਇੱਦਾਂ ਗੱਲਾਂ ਬਾਤਾਂ ਨਾਲ ਛੱਡੇ ਨਹੀਂ ਜਾਂਦੇ। ਜਿਵੇਂ ਸਾਨੂੰ ਸੰਸਾਰੀ ਕਰਮ ਦ੍ਰਿੜ ਹੋਇਆ ਹੈ ਨਾ, ਜੀਵ ਕਹਿੰਦਾ ਵੀ ਕਹਿ ਦੇਵੇ ਵੀ ਬਸ ਜੀ ਬਥੇਰਾ ਕਰ ਲਿਆ, ਹੁਣ ਨਹੀਂ ਕਰਨਾ, ਪਰ ਉਹ ਰਹਿ ਨਹੀਂ ਸਕਦਾ ਕਿਉਂਕਿ ਉਹਨੂੰ ਦ੍ਰਿੜ ਹੋ ਗਿਆ, ਉਹ ਵਿਹਲੇ ਦਾ ਟਾਈਮ ਨਹੀਂ ਲੰਘਦਾ। ਹੁਣ ਇਸੇ ਤਰ੍ਹਾਂ ਹੀ ਇਹ ਸਾਡੇ ਮਨ ਦੇ ਕਰਮ ਨੇ, ਵਿਚਾਰ। ਅਸੀਂ ਜੇ ਉੱਦਾਂ ਕਹੀ ਜਾਈਏ ਵੀ ਵਿਚਾਰਾਂ ਨੂੰ ਛੱਡ ਦਈਏ, ਉੱਦਾਂ ਛੱਡੇ ਨਹੀਂ ਜਾਂਦੇ ਕਿਉਂਕਿ ਦ੍ਰਿੜ ਹੋ ਗਈ ਸਾਨੂੰ। ਇਹਨਾਂ ਤੋਂ ਬਿਨਾਂ ਸਾਡਾ ਮਨ ਰਹਿ ਨਹੀਂ ਸਕਦਾ, ਵਿਚਾਰਾਂ ਤੋਂ ਬਿਨਾਂ ਇਹਦਾ ਸਮਾਂ ਨਹੀਂ ਲੰਘਦਾ। ਹੁਣ ਇਹਨੂੰ ਫਿਰ ਛੱਡਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਣਾ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਤੇ ਉਹਦੇ ਫਿਰ ਇਹਦੇ ਜਿਹੜੇ ਕਰਮ ਨੇ, ਇਹ ਵਿਚਾਰਾਂ ਨੂੰ, ਫੁਰਨਿਆਂ ਨੂੰ ਛੱਡੇਗਾ, ਇਹਦੇ ਇੱਧਰ ਨੂੰ ਚੱਲੇਗਾ
इस मार्ग ते लिवदे ते मालक नूं मिलापदे रस्ते ते फिर ये आपदा घर दा काम करेगा। जिवें हुण ये अवर काज कर रही दूजे दा काम अवर काज भी जिहड़े किसी साडे काम नहीं आउण वाले भी एवें विचार लई जांदा होरां दी संसार दे विच किसी दे औगण देख लए उहदे औगण फरोल लए अगे औगणां दी सांझ पा लई किसी दी निंदिया कर ली किसी नाल दवदा कर ली किसी दी चुगली कर ली ये सब अवर काज है। किसी बारे सोचना ये अवर काज। जदों हुण असीं आपदे बारे सोचना बंद करके दूजे बारे सोचण लग गए समझ लो असीं अवर काज ते लग गए। वो अवर काज साडे किसी काम आउण वाले तां महाराज कहंदे अवर काज तेरे किते ना काम मिल साध संगत अज केवल ना। भी ये जो तू दूसरिਆਂ बारे सोचण लग्या ना तू कोई दूसरिਆਂ ਦਾ होरां दा असी कोई किसी दे मालक नहीं है भी ਜਿਹੜਾ असी किसी ਦਾ फैसला करिए ਜਾਂ असी किसी ਦੇ ਔਗਣ देखिए ਔਗਣ देख के असी ਉਹਦਾ ਔਗਣਾਂ ਦਾ ਜਾਂ ਗੁਣਾਂ ਦਾ फैसला करिए। असी कोई ਉਹਦੇ मालक थोड़ी हैं भी असी किसी ਦਾ फैसला करिए। मालक तो सबना ਦਾ एक है परमात्मा तो वो सब ਨੂੰ देख रही कोई ਉਹਦੀ नज़र तो बाहर नहीं है। जो भी जीव करता ਉਹਦੇ ਵਿੱਚ ही कर रहा तो वो अंदरों भी देखता बाहरों भी देखता। उदों असी छुपा नहीं सकते अगों देखे पिछों देखे तिस ते कहाँ छुपावे वो सानू अगों भी पिछों भी सारे पासियों देखता है। हुण वो साडा साहिब है मालक तो उन्हें फैसला सुनाउणा। इस करके सानू कहंदे भी तुसी किसी बारे ना सोचो तुसी किसी दा फैसला नहीं कर सकते तुसी किसी दे औगण ना देखो तुसी औगणां दी सांझ ना पाओ। इहो मैल है इहो कर्म ने मन ते जिहड़े कर्मां दी मैल साडे मन ते उत्ते चढ़ जांदी। फिर जीव कहंदा मेरे कर्म माड़े कर्म माड़े तो आप ही बनाए ने भी वो मैल ला ला के आप ही तो कर्म माड़े बनाए। तो इस करके महाराज कहते भी आपदे हथीं फिर ये कारज जिहड़ा आप ही सवारना पैंदा क्योंकि असी आप ही बिगाड़े जान बूझ के बावरे तो अपना काज बिगाड़े सवारना पैना अपन हथी अपना आपे ही काज सवारीए। हुण इस वास्ते आप सवारना है बिगाड़ना नहीं सवारना है। तो सवारन वास्ते हुण आप वध तो वध सिमरन करना है गुरबाणी गुरु नूं पढ़ के विचारना खोजना ते वध तो वध आप सत्संगत करनी ताकि जो साडे हिरदे च वस जाए। ये जो सारा ज्ञान आपां नूं गुरबाणी गुरु द्वारा दिता महापुरखां ने भाई साहब भाई सेवा सिंह जी तरमाला उसे ज्ञान नूं आपां वार वार दृढ़ करते हैं भी ताकि साडे हिरदे च वस जे सानूं भुल्ले ना सानूं विसरे ना। जे सानूं विसरेगा नहीं तो असीं दुखी नहीं हो फिर साडा मन दुखां च चला जांदा। मन भूलो माया घर जाई भी जदों मन भुलदा फिर ही माया घर जांदा फिर ही जाके उत्थे वैर विरोध करदा। जे हुण ये भुल्ले ना तो फिर इस दुखां च जावे ना। सो इस वास्ते हुण कोशिश करनी वध तो वध अभ्यास करते रहना। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत अते सतगुरु बख्शण योग ने बख्श लेना जी। वाहिगुरु जी का खालसा वाहिगुरु जी गुरु वाहिगुरु वाहिगुरु।